ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਹੈ ਤਿਹਾ ਹਉ ਕਰੀ ਵਖਿਆਨ ਐਸੀ ਮਰਨੀ ਜੋ ਮਰੈ ਐਸੀ ਮਰਨੀ ਜੋ ਮਰੈ। ਐਸੀ ਮਰਨੀ ਜੋ ਮਰੈ ਐਸੀ ਮਰਨੀ ਜੋ ਮਰੈ। ਬਹੁਰ ਨਾ ਮਰਨਾ ਹੋਏ ਐਸੀ ਮਰਨੀ ਐਸੀ ਮਰਨੀ ਜੋ ਮਰੈ। ਕਬੀਰ ਮਰਤਾ ਮਰਤਾ ਜਗ ਮੁਆ ਮਰ ਪੀ ਨ ਜਾਣਿਆ ਕੋਏ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ ਮੋਹਿ ਮਰਨੇ ਕਾ ਚਾਉ ਹੈ ਮਰੂੰ ਤੋ ਹਰ ਕੇ द्वार ਮਤ ਹਰ ਪੁੱਛੈ ਕੌਣ ਹੈ ਪਰ ਪਰਮ ਸਤਿਕਾਰਯੋਗ
ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਬਾਬਾ ਹਰੀ ਸਿੰਘ ਜੀ ਭਾਨਰੀ ਵਾਲੇ ਜਿਨ੍ਹਾਂ ਦਾ ਸਾਡੇ ਨਾਲ ਬੜਾ ਦਿਲੀ ਪਿਆਰ ਹੈ, ਉਹ ਅੱਜ ਚੇਚੇ ਤੌਰ 'ਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਅਤੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਪਹੁੰਚੇ ਹਨ। ਭਾਵੇਂ ਬਾਬਾ ਜਸਵੀਰ ਸਿੰਘ ਵੀ ਸਟੇਜ 'ਤੇ ਬੈਠੇ ਨੇ, ਜੇ ਥੋੜ੍ਹਾ ਥੋੜ੍ਹਾ ਵੀ ਟਾਈਮ ਲਾਉਂਦੇ ਤਾਂ ਰਹਿਣ ਸਵਾਈ ਕੀਰਤਨ ਵੀ ਹੋ ਸਕਦਾ, ਪਰ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਆਪਣੀ ਰਫ਼ਤਾਰ ਨਾਲ ਚੱਲਦਾ ਰਹਿੰਦਾ। ਅਸੀਂ ਭਾਈ ਹਰਜੀਤ ਸਿੰਘ ਨੂੰ ਪੁੱਛਿਆ, ਮਹਾਂਪੁਰਸ਼ ਰੀਤ ਪੜ੍ਹ ਰਹੇ ਸੀ, ਸ਼ਬਦ ਪੜ੍ਹ ਰਹੇ ਸੀ ਵੀ ਕੌਣ ਕੀਰਤਨ ਕਰ ਉਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਜੋ ਆ ਦਿਹਾੜੇ ਚੱਲ ਰਹੇ ਨੇ, ਜਿਹੜੇ ਸਿੱਖ ਇਤਿਹਾਸ ਵਿੱਚ ਬੜੇ ਗੂੜ੍ਹੇ ਅੱਖਰਾਂ ਨਾਲ ਲਿਖੇ ਹੋਏ ਨੇ, ਉਹ ਵਿਚਾਰ ਆਪਾਂ ਸੰਖੇਪ ਮਾਤਰ ਰਲ ਮਿਲ ਕੇ ਕਰਨੀ ਹੈ। ਜਿੰਨੀ ਸੰਗਤ ਗੁਰਚਰਨਾਂ ਵਿੱਚ ਸਬਾਏਮਾਨ ਹੈ, ਸਾਰੇ ਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਮਿਸਤਰੀ ਫਾਰਮ ਦੇ ਗੁਰਮੁਖ ਪਿਆਰਿਆਂ ਨੇ ਚਾਰ ਦੀਵਾਨ ਕੱਲ੍ਹ ਨੂੰ ਛੱਜੂਪੁਰ, ਧਰੇੜੀ ਦੇ ਨੇੜੇ ਛੱਜੂਪੁਰ, ਉੱਥੋਂ ਸਿੰਘ ਆਏ ਨੇ ਦੀਵਾਨ ਵਿੱਚ। ਕੱਲ੍ਹ ਤੋਂ ਦਿਨ ਦੇ ਦੀਵਾਨ ਉੱਥੇ ਸ਼ੁਰੂ ਹੋ ਜਾਣਗੇ। ਅੱਜ 8 ਪੋਹ ਦਾ ਦਿਹਾੜਾ ਹੈ। ਅੱਜ ਕਲਗੀਧਰ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਗੜੀ ਚਮਕੌਰ ਸ਼ਹੀਦੀਆਂ ਪ੍ਰਾਪਤ ਕਰ ਗਏ। ਅੱਜ ਮਹਰ ਦੇ ਪਰਿਵਾਰ ਦਾ ਕੋਈ ਮੈਂਬਰ ਨਾਲ ਨਹੀਂ ਹੈ। 6 ਪੋਹ ਤੋਂ ਲੈ ਕੇ 13 ਪੋਹ ਤੱਕ ਇੱਕ ਹਫ਼ਤਾ ਬਣਦਾ ਹੈ। ਇੱਕ ਹਫ਼ਤੇ ਵਿੱਚ ਮਹਰ ਦਾ ਸਾਰਾ ਪਰਿਵਾਰ ਸ਼ਹੀਦ ਹੋਇਆ ਤੇ ਮਹੀਨਾ ਚੁਣਿਆ ਮਹਾਰਾਜ ਨੇ ਪੋਹ ਦਾ। ਲੋਕਾਂ ਦੀ ਨਿਗਾਹ ਵਿੱਚ ਇਹ ਮਹੀਨਾ ਮਾੜਾ ਹੈ,
ਸੰਬੰਧ ਰੱਖਦਾ ਹੈ। ਆਨੰਦਪੁਰੀ ਪੋਹ 'ਚ ਛੱਡੀ, ਪਰਿਵਾਰ ਪੋਹ 'ਚ ਵਿਛੜਿਆ, ਸਾਹਿਬਜ਼ਾਦੇ ਪੋਹ 'ਚ ਸ਼ਹੀਦ ਹੋਏ। ਸੋ ਸਾਧ ਸੰਗਤ ਜੀ, ਇਹ 2 ਮਹੀਨੇ ਸਮਾਜ ਵਿੱਚ ਮਾੜੇ ਮੰਨੇ ਗਏ ਨੇ, ਕੱਤਕ ਦਾ ਅਤੇ ਪੋਹ ਦਾ। ਪਰ ਗੁਰੂ ਨਾਨਕ ਦੇ ਘਰ ਦੇ ਵਿੱਚ 12 ਮਹੀਨਿਆਂ ਵਿੱਚ 2 ਮਹੀਨੇ ਨੇ ਜਿਹੜੇ, ਇਹਨਾਂ ਨਾਲ ਆਪਾਂ ਜ਼ਿਆਦਾ ਬਾਣੀ ਨਾਲ ਜੁੜੇ ਰਹਿੰਦੇ ਹਾਂ, ਗੁਰੂ ਨਾਲ ਜੁੜੇ ਰਹਿੰਦੇ ਹਾਂ। ਬਾਣੀ ਦਾ ਉਪਦੇਸ਼ ਹੈ, ਸਾਈ ਰੁੱਤ ਸੁਹਾਵੜੀ ਜਿਤ ਪ੍ਰਭਾਵੈ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਜਿੱਦਣ ਗੁਰੂ ਭੁੱਲ ਜਾਏ, ਬਾਣੀ ਭੁੱਲ ਜਾਏ, ਨਾਮ ਭੁੱਲ ਜਾਏ, ਸੇਵਾ ਸੰਗਤ ਭੁੱਲ ਜਾਏ, ਉਹ ਰੁੱਤ ਚੰਗੀ ਨਹੀਂ, ਉਹ ਦਿਨ ਚੰਗਾ ਨਹੀਂ, ਉਹ ਮਹੀਨਾ ਨਹੀਂ ਚੰਗਾ। ਪਰ ਜਿੱਦਣ ਆਪਾਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸੇਵਾ ਸੰਗਤ ਕਰਦੇ ਹਾਂ, ਉਹ ਸਮਾਂ ਵੀ ਚੰਗਾ ਹੈ, ਉਹ ਦਿਨ ਵੀ ਚੰਗਾ ਹੈ, ਮਹੀਨਾ ਵੀ ਚੰਗਾ ਹੈ, ਉਹ ਰੁੱਤ ਵੀ ਚੰਗੀ। ਸਾਧ ਸੰਗਤ ਜੀ, ਕੱਤਕ ਦਾ ਸਾਰਾ ਮਹੀਨਾ ਪ੍ਰਭਾਤ ਫੇਰੀਆਂ, ਨਗਰ ਕੀਰਤਨ, ਗੁਰੂ ਕੇ ਲੰਗਰ, ਅਖੰਡ ਪਾਠ ਸਾਹਿਬ ਸਮਾਗਮ ਹੁੰਦੇ ਰਹਿੰਦੇ ਨੇ। ਜਿੱਦਣ ਪੋਹ ਦਾ ਮਹੀਨਾ ਸ਼ੁਰੂ ਹੋ ਜਾਂਦਾ, ਉਸ ਦਿਨ ਤੋਂ ਫਿਰ ਪ੍ਰਭਾਤ ਫੇਰੀਆਂ ਸ਼ੁਰੂ ਹੋ ਜਾਂਦੀਆਂ। ਪ੍ਰਕਾਸ਼ ਮਾਰ ਦਾ ਪੋਹ ਵਿੱਚ ਹੋਇਆ, ਆਨੰਦਪੁਰੀ ਪੋਹ 'ਚ ਛੱਡੀ ਹੈ, ਪਰਿਵਾਰ ਪੋਹ 'ਚ ਵਿਛੜਿਆ, ਸਾਹਿਬਜ਼ਾਦੇ ਪੋਹ ਵਿੱਚ ਸ਼ਹੀਦ ਹੋਏ। ਸਾਰਾ ਪੋਹ ਦਾ ਮਹੀਨਾ ਪ੍ਰਭਾਤ ਫੇਰੀਆਂ, ਨਗਰ ਕੀਰਤਨ, ਜੋੜ ਮੇਲੇ, ਖਾਲਸਾ ਮਨਾ ਕੇ ਲੋਕਾਂ ਦਾ ਮਹੀਨਾ ਬਤੀਤ ਹੁੰਦਾ, ਸਾਡਾ ਇਹ ਸਫਲਾ ਹੋ ਜਾਂਦਾ। ਅੱਜ ਉਹ ਦਿਹਾੜਾ 8 ਪੋਹ ਦਾ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਅਤੇ 3 ਪਿਆਰੇ 5 ਪਿਆਰਿਆਂ ਵਿੱਚੋਂ ਅਤੇ ਹੋਰ 32 ਸਿੰਘ ਗੜੀ ਚਮਕੌਰ ਸ਼ਹੀਦ ਹੋ ਗਏ। ਪਰ ਕੱਲ੍ਹ ਬਾਬਾ ਹਰਦੇਵ ਸਿੰਘ ਜੀ ਨੇ ਹਾਜ਼ਰੀ ਭਰੀ ਸੀ। ਉਹਨਾਂ ਨੇ ਇੱਥੇ ਵਿਚਾਰ ਛੱਡੀ ਸੀ ਕਿ 8 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ। ਭੁੱਖਾ ਪਾਣਾ ਗੁਰੂ ਕਾ ਖਾਲਸਾ, ਇੱਕ ਦੁਸ਼ਮਣ ਨਾਲ ਜੰਗ, ਇੱਕ ਭੁੱਖ ਨਾਲ ਜੰਗ ਕਰ ਰਿਹਾ ਹੈ। ਕੋਈ ਵਸਤੂ ਕਿਲ੍ਹੇ ਦੇ ਅੰਦਰ ਨਹੀਂ ਜਾਣ ਦਿੱਤੀ ਜਾਂਦੀ ਅਤੇ ਕੋਈ ਅੰਦਰੋਂ ਬਾਹਰ ਨਹੀਂ ਜਾਣ ਦਿੱਤੀ ਜਾਂਦੀ। ਜੋ ਕਿਲ੍ਹਿਆਂ ਵਿੱਚ ਰਸਤ ਸੀ ਉਹ ਫਤਿਹ ਹੋ ਗਈ, ਲੰਗਰ ਮਸਤਾਨੇ ਹੋ ਗਏ। ਲੰਗਰ ਮੁੱਕਦਾ ਨਹੀਂ ਹੈ, ਨਾ ਕਦੇ ਲੰਗਰ ਨੂੰ ਮੁੱਕ ਗਿਆ ਕਹਿਣਾ ਕਿ ਲੰਗਰ ਮੁੱਕ ਗਿਆ। ਜਿਹੜਾ ਮੁੱਕ ਹੀ ਗਿਆ ਉਹਨੇ ਫਿਰ ਕੀ ਮਿਲਣਾ ਮੁੜ ਕੇ। ਲੰਗਰ ਮਸਤਾਨਾ ਹੋ ਜਾਂਦਾ ਹੁੰਦਾ ਕਦੇ ਕਦੇ, ਪ੍ਰਬੰਧਕਾਂ ਦੀ ਢਿੱਲ ਮੱਠ ਰਹਿ ਜਾਏ ਤਾਂ ਲੰਗਰ ਮਸਤਾਨਾ ਹੋ ਜਾਂਦਾ। ਲੰਗਰ ਮਸਤਾਨੇ ਹੋ ਗਏ, ਕਈ ਦਿਨ ਮਗਰੋਂ ਛਕਣ ਵਾਸਤੇ ਮਿਲਦਾ ਸਿੰਘਾਂ ਨੂੰ। ਜਿਹੜੇ ਕਿਲ੍ਹੇ 'ਚ ਦਰਖਤ ਸੀ ਉਹਨਾਂ ਦੇ ਪੱਤੇ ਲਾਹ ਕੇ ਛਕ ਲਏ, ਸੱਕ ਛਕ ਲਏ। ਇੱਕ ਭੁੱਖ ਨਾਲ ਜੰਗ ਹੋ ਰਿਹਾ ਹੈ, ਇੱਕ ਦੁਸ਼ਮਣ ਨਾਲ ਜੰਗ ਹੋ ਰਿਹਾ। ਇੱਕ ਤਾਂ ਸਰੀਰ ਦੀ ਭੁੱਖ ਹੈ, ਉਹ ਤਾਂ ਸਵੇਰੇ ਛਕੀ ਸ਼ਾਮ ਤੱਕ ਟਾਈਮ ਲੰਘ ਜਾਂਦਾ ਹੈ।
ਪਰ ਇੱਕ ਮਨ ਦੀ ਭੁੱਖ ਹੈ, ਭੁੱਖ ਨਹੀਂ ਭੁੱਖਾਂ ਨੇ, ਬੜੀਆਂ ਮਨ ਦੀਆਂ ਭੁੱਖਾਂ ਨੇ। ਇਹ ਜਿੰਨੀ ਭੱਜ ਨੱਠ ਦੌੜ ਹੋ ਰਹੀ ਹੈ, ਜਿਵੇਂ ਭੁੱਖਾ ਬੰਦਾ ਹੱਥ ਪੈਰ ਮਾਰਦਾ ਹੁੰਦਾ ਹੈ, ਉਨੀ ਭੱਜ ਨੱਠ ਜ਼ਿਆਦਾ ਕਰਦਾ ਜਿੰਨਾ ਜ਼ਿਆਦਾ ਭੁੱਖਾ ਹੁੰਦਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੇ ਭੁੱਖਾਂ ਆਖਿਆ। ਕਿਸੇ ਨੂੰ ਧੀਆਂ ਪੁੱਤਰਾਂ ਦੀ ਭੁੱਖ ਹੈ, ਕਿਸੇ ਨੂੰ ਜਾਇਦਾਦਾਂ ਦੀ ਭੁੱਖ ਹੈ, ਕਿਸੇ ਨੂੰ ਧਨ ਪਦਾਰਥ ਦੀ ਭੁੱਖ ਹੈ, ਕਿਸੇ ਨੂੰ ਚੌਧਰ ਦੀ ਭੁੱਖ ਹੈ। ਪਤਾ ਨਹੀਂ ਕਿੰਨੀਆਂ ਕੁ ਭੁੱਖਾਂ ਇਸ ਮਨ ਨੂੰ ਚੰਬੜੀਆਂ। ਤੇ ਜਿੱਥੇ ਮਹਾਰਾਜ ਨੇ ਸਾਡੀਆਂ ਭੁੱਖਾਂ ਦੱਸਿਆ, ਉੱਥੇ ਉਹਦਾ ਇਲਾਜ ਵੀ ਦੱਸਿਆ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਭੁੱਖਾ ਤੇ ਭੁੱਖਾਂ, ਬਸ ਇੰਨਾ ਕੀ ਫਰਕ ਹੈ ਆਪ ਪੜ੍ਹਨ ਵਿੱਚ ਤੇ ਉਸਤਾਦ ਤੋਂ ਪੜ੍ਹਨ ਵਿੱਚ। ਅੱਖਰ ਉਨੇ ਹੀ ਨੇ, ਬਸ ਥੋੜ੍ਹਾ ਜਿਹਾ ਲਹਿਜਾ ਬਦਲ ਜਾਏਗਾ ਬੋਲਣ ਦਾ। ਭੁੱਖਾ ਤੇ ਭੁੱਖਾਂ, ਪਰਮਾਤਮਾ ਦਾ ਨਾਮ ਜਪ ਕੇ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ। ਸਾਧ ਸੰਗਤ ਜੀ, ਹਰਦਾਸ ਵੈਦ ਨਾਲ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਉਪਦੇਸ਼ ਦੇ ਰਹੇ ਨੇ। ਤੇ ਮਹਾਰਾਜ ਕਹਿੰਦੇ ਨੇ, ਤੂੰ ਰੋਗੀ ਹੈ ਆਪ, ਸਾਡਾ ਤੂੰ ਇਲਾਜ ਕੀ ਕਰੇਂਗਾ, ਤੂੰ ਤਾਂ ਖੁਦ ਰੋਗੀ ਹੈ। ਕਹਿੰਦਾ ਜੀ ਮੈਨੂੰ ਤਾਂ ਕੋਈ ਰੋਗ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਰੋਗ ਤਾਂ ਇੰਨੇ ਨੇ ਤੂੰ ਗਿਣ ਹੀ ਨਹੀਂ ਸਕਦਾ। ਕੁਛ ਐਸੇ ਰੋਗ ਨੇ ਜਿਨ੍ਹਾਂ ਦਾ ਤੇਰੇ ਕੋਲ ਇਲਾਜ ਵੀ ਨਹੀਂ ਹੈ। ਕਹਿੰਦਾ ਜੀ ਉਹ ਕਿਹੜੇ ਰੋਗ ਨੇ? ਸਾਹਿਬ ਕਹਿੰਦੇ ਦੁੱਖ ਵਿਛੋੜਾ। ਵਿਛੋੜੇ ਦਾ ਬੜਾ ਵੱਡਾ ਦੁੱਖ ਹੈ। ਇੱਕ ਦਿਨ ਹੋਣਾ ਸਾਰਿਆਂ ਦਾ ਹੀ ਹੈ। ਜਾਂ ਤਾਂ ਸਾਨੂੰ ਦੁਨੀਆ ਛੱਡ ਜਾਏਗੀ ਜਾਂ ਅਸੀਂ ਦੁਨੀਆ ਨੂੰ ਛੱਡ ਜਾਵਾਂਗੇ। ਸੰਜੋਗ ਵਿਜੋਗ ਧੁਰੋਂ ਹੀ ਹੁਆ। ਇਹ ਪ੍ਰਮਾਤਮਾ ਦਾ ਹੁਕਮ ਹੈ, ਮਿਲਣਾ ਤੇ ਵਿਛੜਨਾ, ਜੰਮਣਾ ਤੇ ਮਰਨਾ ਹੁਕਮ ਹੈ ਪ੍ਰਮਾਤਮਾ ਦਾ। ਜਦੋਂ ਜਨਮ ਲਿਆ ਸੀ ਮਿਲੇ ਸੀ ਆ ਕੇ, ਜਦੋਂ ਹੁਕਮ ਆ ਗਿਆ ਵਿਛੜ ਜਾਣਾ ਸਭ ਨੇ। ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਇੱਕ ਦਿਨ ਹੋਣਾ ਜ਼ਰੂਰ। ਜਾਂ ਅਸੀਂ ਦੁਨੀਆ ਛੱਡ ਜਾਵਾਂਗੇ ਜਾਂ ਦੁਨੀਆ ਸਾਨੂੰ ਛੱਡ ਜਾਏਗੀ। ਵਿਛੋੜਾ ਇੱਕ ਦਿਨ ਹੋਏਗਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ। ਭੁੱਖ ਦਾ ਬੜਾ ਵੱਡਾ ਦੁੱਖ ਹੈ। ਚਲੋ ਸਰੀਰ ਦੀ ਭੁੱਖ ਤਾਂ ਹੱਥ ਪੱਲਾ ਮਾਰ ਕੇ 8 ਪੈਰ ਲੰਘ ਜਾਂਦੇ ਨੇ, ਪਰ ਮਨ ਦੀ ਭੁੱਖ ਜਿੰਨਾ ਮਿਲਦਾ ਓਨੀ ਵਧੀ ਜਾਂਦੀ। ਮਹਾਰਾਜ ਕਹਿੰਦੇ ਜੇ ਰੱਬ 100 ਦਿੰਦਾ ਤੇ 1,00,000 ਦੀ ਇਕੱਠੀ ਭੁੱਖ ਲੱਗਦੀ ਹੈ। ਫਿਰ ਆਪਾਂ ਕਹਿੰਦੇ ਨਾ ਪੂਰਾ ਨਹੀਂ ਹੋ ਰਿਹਾ, ਪੂਰਾ ਹੋਣਾ ਵੀ ਨਹੀਂ ਕਦੀ ਵੀ। ਇਹ 100% ਇਕੱਠੀ ਵੱਧ ਜਾਂਦੀ ਹੈ। 5-4% ਵਧੇ ਫਿਰ ਤਲਾ ਭੱਜ ਨੱਠ ਕੇ ਕਰ ਵੀ ਲਵੇ ਹੀਲਾ। ਜੇ ਰੱਬ 100 ਦਿੰਦਾ ਤੇ 1,00,000 ਦੀ ਇਕੱਠੀ ਲੱਗ ਜਾਂਦੀ। ਸੈਸ ਖਟੇ 1,00,000 ਕੋਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੇ ਪਾਵੈ। ਕਿਵੇਂ ਪੂਰਾ ਹੋ ਜਾਏਗਾ ਫਿਰ? ਜਦੋਂ ਕੱਚੇ ਕੁੱਲੇ ਸੀ ਉਦੋਂ ਵੀ ਟਾਈਮ ਲੰਘਦਾ ਸੀ, ਹੁਣ 3 ਮੰਜ਼ਲੀਆਂ ਹੋ ਗਈਆਂ ਨੇ, ਕਦੇ ਨੀਂਦ ਨਹੀਂ ਆਉਂਦੀ। ਉਹ ਜਿਹੜਾ ਵੱਡਾ ਸਾਰਾ ਕੋਠਾ ਜਿਹਾ ਹੁੰਦਾ ਸੀ, ਇੱਕੋ ਹੀ ਵਿਚਾਲੇ ਥੰਮ, ਸਾਰਾ ਟੱਬਰ ਉੱਥੇ ਹੀ ਪਿਆ ਹੁੰਦਾ ਤੇ ਕੋਈ ਨਹੀਂ ਸੀ ਕਹਿੰਦਾ ਮੈਨੂੰ ਨੀਂਦ ਨਹੀਂ ਆਈ ਹੈ, ਸਿਰ ਭਾਰਾ ਜਿਹਾ ਹੋ ਗਿਆ। ਹੁਣ ਸੰਖ ਮਰਮਰ ਲੱਗਿਆ ਹੋਇਆ, ਬੜੀ ਮਹਿੰਗੀ ਮਹਿੰਗੀ ਲੱਕੜ ਲਾਈ,
ਜਿਹੜਾ ਮਿਲਦਾ ਸਵੇਰੇ ਮੱਥਾ ਫੜਿਆ ਹੁੰਦਾ, ਨੀਂਦ ਆਈ ਨਹੀਂ ਰਾਤ ਸਾਰੀ। ਹੁਣ ਅਗਾਂਹ ਕਿੱਥੇ ਜਾ ਕੇ ਆਏਗੀ ਤੈਨੂੰ? ਹੁਣ ਮਹਾਰਾਜ ਕਹਿੰਦੇ ਜੇ ਲੱਖ ਮਿਲਦਾ ਫਿਰ ਕਰੋੜ ਦੀ ਇਕੱਠੀ ਲੱਗ ਜਾਂਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਲਾਖ ਕੋਟ ਜੋਰੇ ਲਾਖ ਕਰੋੜੇ, ਪਰੈ ਪਰੈ ਹੀ ਕੁਲੁਜੀ ਹੈ। ਇਹ ਤਾਂ ਵੱਧਦਾ ਹੀ ਜਾਣਾ ਕੰਮ। ਲੱਕੜਾਂ ਨੂੰ ਅੱਗ ਲੱਗੀ, ਲਿਆ ਕੇ ਲੱਕੜਾਂ ਸਿੱਟਦੇ ਵਿੱਚ ਅੱਗ ਬੁਝਾਉਣ ਵਾਸਤੇ, ਹੋਰ ਭਾਂਬੜ ਵੱਧਦੇ ਨੇ ਸਭ। ਅਸੀਂ ਪਦਾਰਥਾਂ ਦੀ ਭੁੱਖ ਪਦਾਰਥਾਂ ਨਾਲ ਮਿਟਾਉਣੀ ਚਾਹੁੰਦੇ ਹਾਂ। ਜਿੰਨੇ ਮਿਲਦੇ ਨੇ ਉਨੀ ਵੱਧਦੀ ਜਾਂਦੀ। ਕੋਈ ਪਾ ਕੇ ਰੱਜਿਆ ਨਹੀਂ ਅੱਜ ਤੱਕ। ਤੇ ਸੱਚੇ ਪਾਤਸ਼ਾਹ ਤਾਂ ਇਹ ਵੀ ਬਚਨ ਕਰਦੇ ਨੇ ਵੀ ਜਿੰਨੀਆਂ ਪੁਰੀਆਂ ਨੇ ਨਾ, ਜਿਹਨੂੰ ਆਪ ਸਾਰੀ ਦੁਨੀਆ ਕਹਿੰਦਾ ਜਾਂ ਆਲ ਵਰਲਡ ਕਹਿ ਦਿੰਦੇ ਆ, ਇੱਕ ਪੁਰੀ ਹੈ ਮਾਤ ਲੋਕ, ਇਹਦੇ ਥੱਲੇ ਪਤਾਲਪੁਰੀ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਵਿਸ਼ਨਪੁਰੀ, ਵਿਸ਼ਨੂੰ ਦੀ ਪੁਰੀ, ਬ੍ਰਹਮਪੁਰੀ, ਇੰਦਰਪੁਰੀ, ਸ਼ਿਵਪੁਰੀ। ਜਿੰਨੀਆਂ ਪੁਰੀਆਂ ਨੇ ਇੱਕ ਬੰਦੇ ਨੂੰ ਦੇਖ ਕੇ ਕਿ ਤੂੰ ਮਾਲਕ ਹੈ, ਅੱਜ ਤੋਂ ਤੂੰ ਤੇਰੀਆਂ ਹੋਈਆਂ ਅੱਜ ਤੋਂ ਲੱਗ ਕੇ। ਮਹਾਰਾਜ ਕਹਿੰਦੇ ਤੂੰ ਇਹ ਦੁਨੀਆ ਦੇ ਪਾ ਕੇ ਪਦਾਰਥ ਰੱਜਣਾ ਚਾਹੁੰਦਾ, ਤੂੰ ਸਾਰੀਆਂ ਪੁਰੀਆਂ ਪਾ ਕੇ ਤੇਰਾ ਢਿੱਡ ਨਹੀਂ ਭਰਨਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਹਾੜ। ਫਿਰ ਇਹਦਾ ਇਲਾਜ ਵੀ ਹੈ ਕੋਈ? ਆ ਜਿਹੜਾ ਭੁੱਖ ਦਾ ਐਡਾ ਵੱਡਾ ਆਕਾਰ ਹੈ, ਸਾਰੀਆਂ ਪੁਰੀਆਂ ਪਾ ਕੇ ਵੀ ਢਿੱਡ ਨਹੀਂ ਭਰਦਾ, ਕੋਈ ਹੈ ਇਹਦਾ ਇਲਾਜ? ਗੁਰੂ ਰਾਮਦਾਸ ਮਹਾਰਾਜ ਨੇ ਆਸਾ ਜੀ ਦੀ ਵਾਰ ਦੇ 21ਵੇਂ ਛੰਤ ਵਿੱਚ ਵੀ ਦੱਸਿਆ ਇਲਾਜ। ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਜੋ ਹਰ ਨਾਮ ਧਿਆਵੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਵੀ ਉਪਦੇਸ਼ ਕੀਤਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੀ ਸੁਝੈ। ਇਹਦਾ ਇਲਾਜ ਹੈ ਪਰਮਾਤਮਾ ਦਾ ਨਾਮ ਜਪ ਕੇ ਮਨ ਦੀ ਤ੍ਰਿਪਤੀ ਹੁੰਦੀ ਹੈ। ਕਿਸੇ ਚੀਜ਼ ਨਾਲ ਰੱਜਦਾ ਨਹੀਂ ਹੈ ਮਨ, ਜਿੰਨਾ ਮਿਲਦਾ ਉਨੀ ਵੱਧਦੀ ਚਲੀ ਜਾਂਦੀ ਹੈ। ਗੁਰੂ ਰਾਮਦਾਸ ਮਹਾਰਾਜ ਦਾ ਉਪਦੇਸ਼ ਆਪਾਂ ਨੂੰ ਆਸਾ ਦੀ ਵਾਰ ਵਿੱਚ ਰੋਜ਼ ਹੀ ਆਪਾਂ ਸਰਵਣ ਕਰਦੇ ਹਾਂ। ਤ੍ਰਿਸ਼ਨਾ ਬੁਝ ਜਾਂਦੀ ਹੈ ਨਾਮ ਦਾ ਸਿਮਰਨ ਕਰਕੇ, ਤ੍ਰਿਸ਼ਨਾ ਬੁਝ ਜਾਂਦੀ ਹੈ ਨਾਮ ਦਾ ਸਿਮਰਨ ਕਰਕੇ। ਨਾਮ ਦਾ ਸਿਮਰਨ ਕਰਕੇ, ਨਾਮ ਦਾ ਸਿਮਰਨ ਕਰਕੇ, ਨਾਮ ਦਾ ਸਿਮਰਨ ਕਰਕੇ, ਨਾਮ ਦਾ ਸਿਮਰਨ ਕਰਕੇ। ਤ੍ਰਿਸ਼ਨਾ ਬੁਝ ਜਾਂਦੀ ਹੈ ਨਾਮ ਦਾ, ਤ੍ਰਿਸ਼ਨਾ ਬੁਝ ਜਾਂਦੀ ਹੈ ਨਾਮ ਦਾ ਸਿਮਰਨ ਕਰਕੇ। ਤ੍ਰਿਸ਼ਨਾ ਬੁਝ ਜਾਂਦੀ ਹੈ ਨਾਮ ਦਾ। ਮਹਾਰਾਜ ਕਹਿੰਦੇ ਭੁੱਖ ਦਾ ਬੜਾ ਵੱਡਾ ਦੁੱਖ, ਦੁੱਖ ਵਿਛੋੜਾ ਇੱਕ ਦੁੱਖ ਭੂਖ,
ਇੱਕ ਦੁੱਖ ਸਖਤ ਵਾਰ ਜਮਦੂਤ। ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਕੋਈ ਇਲਾਜ ਨਹੀਂ ਤੇਰੇ ਕੋਲ ਇਹਨਾਂ ਦੁੱਖਾਂ ਦਾ। ਇੱਕ ਪਾਸੇ ਭੁੱਖ ਦਾ ਦੁੱਖ ਚੱਲ ਰਹੇ ਨੇ ਸਿੰਘ, ਇੱਕ ਪਾਸੇ ਦੁਸ਼ਮਣ ਨਾਲ ਜੰਗ ਹੋ ਰਹੇ। 6 ਪੋਹ ਨੂੰ ਕਲਗੀਧਰ ਪਾਤਸ਼ਾਹ ਨੇ ਆਨੰਦਪੁਰੀ ਛੱਡਣ ਦਾ ਫੈਸਲਾ ਕਰ ਲਿਆ। ਜਿਹੜਾ ਗੁਰੂ ਕਾ ਖਜ਼ਾਨਾ ਸੀ ਸਤਲੁਜ ਨੂੰ ਸੌਂਪ ਦਿੱਤਾ, ਰੋੜਿਆ ਨਹੀਂ, ਸੌਂਪ ਦਿੱਤਾ। ਆ ਗੁਰੂ ਨਾਨਕ ਦੇ ਘਰ ਦੇ ਲੰਗਰ ਚੱਲਦੇ ਨੇ, ਅੰਦੋਲਨ ਹੁਣੀ ਹੋ ਕੇ ਫਤਿਹ ਹੋਇਆ ਮੋਰਚਾ। ਇਹ ਸਾਡੇ ਫੰਡ ਲੱਭ ਰਹੇ ਸੀ। ਫੰਡ ਕਿੱਥੋਂ ਆਉਂਦੇ ਨੇ ਇਹਨਾਂ ਨੂੰ ਫੰਡ, ਜਿਹੜੇ ਲੰਗਰ ਇੰਨੇ ਚਲਾ ਰਹੇ ਨੇ? ਜੇ ਫੰਡਾਂ ਨਾਲ ਲੰਗਰ ਚੱਲਦੇ ਨੇ ਫਿਰ ਦਿੱਲੀ 'ਚ ਅਮੀਰ ਥੋੜ੍ਹੇ ਨੇ, ਉਹਨਾਂ ਦਾ ਕਿਸੇ ਦਾ ਤੇ ਫੰਡ ਨਾਲ ਨਹੀਂ ਚੱਲ ਸਕਦਾ ਲੰਗਰ। ਬਾਕੀ ਤੁਸੀਂ ਸਾਡੇ ਫੰਡ ਲੱਭ ਵੀ ਨਹੀਂ ਸਕਦੇ। ਸਾਡੇ ਫੰਡਾਂ ਦਾ ਖਾਲਸੇ ਦੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਜਿੰਨੀਆਂ ਮਰਜ਼ੀ ਤੁਸੀਂ ਆਪਣੀਆਂ ਏਜੰਸੀਆਂ ਲਾ ਦਿਓ, RBI ਲਾ ਦਿਓ, CBI ਲਾ ਦਿਓ, ਜਿਹੜੇ ਮਰਜ਼ੀ ਲਾਓ, ਤੁਹਾਨੂੰ ਪਤਾ ਹੀ ਨਹੀਂ ਗੁਰੂ ਨਾਨਕ ਦੇ ਘਰ ਦੀ ਖੇਡ ਦਾ। ਇਹ ਗੁਪਤ ਖਜ਼ਾਨੇ ਵਰਤ ਰਹੇ ਨੇ। ਜੇ ਮਾਇਆ ਨਾਲ ਲੰਗਰ ਚੱਲਦੇ ਇੱਥੇ ਭੇਵੇ ਕਈਆਂ ਲਾਲਿਆਂ ਦੇ ਚੱਲਣੇ ਸੀ ਲੰਗਰ। ਬੜੇ ਕਰੋੜਾਂਪਤੀ ਨੇ ਇੱਥੇ, ਮਾਇਆ ਨਾਲ ਨਹੀਂ ਲੰਗਰ ਚੱਲਦੇ। ਇਹ ਤਾਂ ਸੰਗਤ ਹੈ ਜਿੱਥੇ ਗੁਰੂ ਨਾਨਕ ਦੇ ਘਰ ਦੀ ਉਹਦੀ ਕਿਰਪਾ ਨਾਲ ਲੰਗਰ ਚੱਲਦੇ ਨੇ। ਬੜੇ ਥਾਵਾਂ 'ਤੇ ਸਾਡੇ ਗੁਪਤ ਖਜ਼ਾਨੇ ਗੁਰੂ ਮਹਾਰਾਜ ਨੇ ਰੱਖੇ ਨੇ। ਸਤਲੁਜ ਖਾਲਸੇ ਦਾ ਖਜ਼ਾਨਾ, ਦਮਦਮਾ ਸਾਹਿਬ ਦੇ ਨੇੜੇ ਗੁਪਤਸਰ, ਜਿੱਥੇ ਖਾਲਸੇ ਨੂੰ ਗੁਰੂ ਮਹਾਰਾਜ ਤੋਂ ਤਨਖਾਹਾਂ ਮੰਗੀਆਂ ਸਿੰਘਾਂ ਨੇ, ਜਿਨ੍ਹਾਂ ਨੇ ਲੈ ਲਈਆਂ ਤਨਖਾਹਾਂ ਗੁਰੂ ਮਹਾਰਾਜ ਤੋਂ, ਉਹਨਾਂ 'ਤੇ ਕੀ ਅਸਰ ਹੋਇਆ, ਤੇ ਜਿਨ੍ਹਾਂ ਨੇ ਨਹੀਂ ਲਈ ਉਹਨਾਂ 'ਤੇ ਕੀ ਕਿਰਪਾ ਹੋਈ। ਸਾਧ ਸੰਗਤ ਜੀ, ਜਿਨ੍ਹਾਂ ਨੇ ਤਨਖਾਹ ਨਹੀਂ ਸੀ ਲਈ, ਭਾਈ ਦਾਨ ਸਿੰਘ ਨੇ, ਭਾਈ ਦਾਨਾ ਸਿੰਘ, ਭਾਈ ਦਾਨਾ ਅੰਮ੍ਰਿਤ ਛਕ ਕੇ ਦਾਨ ਸਿੰਘ ਬਣਿਆ, ਇਹ ਬਰਾੜ ਸੀ। ਇਹਦੇ ਨਾਲ ਕੁਝ ਸਿੰਘਾਂ ਨੇ ਤਨਖਾਹ ਨਹੀਂ ਲਈ, ਜਿਨ੍ਹਾਂ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ। ਇਹ ਭਾਈ ਦਾਨ ਸਿੰਘ ਦੀ ਪਿੱਛੋਂ ਅੰਸ਼ ਵਿੱਚੋਂ ਨੇ, ਜਿਨ੍ਹਾਂ ਨੇ ਨਹੀਂ ਲਈ। ਜਿਨ੍ਹਾਂ ਨੇ ਲਈ ਉਹ ਵੀ ਬਰਾੜ ਸੀ, ਹਰਚਰਨ ਬਰਾੜ, ਜਿਨ੍ਹਾਂ ਨੇ ਅਟੈਕ ਕੀਤਾ ਸੀ। ਅਸਰ ਹੋਇਆ ਕਿਵੇਂ? ਗੁਰੂ ਘਰ ਦੀ ਸੰਗਤ ਦੀ ਮਾਇਆ ਦਾ। ਉਹ ਵੀ ਬਰਾੜ ਸੀ ਜਿਹੜਾ ਅਟੈਕ ਕਰਨ ਆਇਆ ਸੀ, ਤੇ ਜਿਹੜਾ ਅੱਗੇ ਬੈਠਾ ਸੀ ਤਿਆਰੀ ਕਰਕੇ, ਉਹ ਵੀ ਬਰਾੜ ਸੀ। ਇੱਥੇ ਤਾਂ ਦੇਣਾ ਹੀ ਭਲਾ। ਮੈਂ ਤੇ ਆਖੇ ਕੋਈ ਮੈਂ ਸੁਖੀ ਹੋ ਜਾਵਾਂਗਾ, ਗੱਫਾ ਮਾਰ ਜਾਵਾਂਗਾ, ਤਾਂ ਬਹੁਤ ਦੂਰ ਤੱਕ ਅਸਰ ਕਰ ਜਾਂਦੀ ਹੈ ਮਾਇਆ। ਇਹ ਉਹ ਫਿਰ ਜਿਹੜੀ ਤਨਖਾਹ ਦੇ ਕੇ ਮਾਇਆ ਮਾਰ ਨੇ ਖਜ਼ਾਨਾ ਮਿੱਟੀ ਪਵਾ ਦਿੱਤੀ। ਮਗਰੋਂ ਕਈ ਰਾਤ ਨੂੰ ਪੱਟਣ ਆਇਆ ਆਪਣੇ ਵਰਗੇ ਵੀ, ਚਲੋ ਮਹਾਰਾਜ ਤਾਂਗਾ ਚਲੇ ਗਏ ਨੇ, ਆਪਾਂ ਸਾਂਭ ਲਈਏ। ਹੁਣ ਉਹਨਾਂ ਨੂੰ ਕੀ ਪਤਾ ਇਹ ਗੁਪਤ ਖਜ਼ਾਨਾ ਹੈ। ਗੁਪਤਸਰ ਵੀ ਖਾਲਸੇ ਦਾ ਖਜ਼ਾਨਾ, ਮਾਲ ਟੇਕੜੀ ਖਾਲਸੇ ਦਾ ਖਜ਼ਾਨਾ। 6ਵੇਂ ਪਾਤਸ਼ਾਹ ਨੇ ਫਲੌਰ ਤੋਂ ਫਕੀਰ ਭੇਜਿਆ, ਜਾ ਮਹਾਰਾਸ਼ਟਰ ਦੇ ਵਿੱਚ ਮਾਲ ਟੇਕੜੀ, ਉੱਥੇ ਸਾਡਾ ਖਜ਼ਾਨਾ ਪਿਆ ਪੂਰਬਲੇ ਜਨਮਾਂ ਦਾ, ਜਾ ਕੇ ਉਹਦੀ ਸੰਭਾਲ ਕਰ। 6ਵੇਂ ਪਾਤਸ਼ਾਹ ਨੇ ਫਕੀਰ ਨੂੰ ਭੇਜਿਆ ਇੱਕ ਨੂੰ। ਫਕੀਰ ਕਹਿੰਦਾ, ਮਹਾਰਾਜ ਗਰਮੀ ਦਾ ਇਲਾਕਾ, ਜਾਣਦਾ ਮੈਨੂੰ ਉੱਥੇ ਕੋਈ ਨਹੀਂ, ਤੇ ਮੇਰੀ ਪਰਵਰਿਸ਼। ਮਹਾਰਾਜ ਕਹਿੰਦੇ ਜਦੋਂ ਉੱਥੇ ਰੋਜ਼ ਸਫਾਈ ਸੰਭਾਲ ਕਰਿਆ ਕਰੇਗਾ, ਇੱਕ ਮੋਹਰ ਤੈਨੂੰ ਰੋਜ਼ ਮਿਲਿਆ ਕਰੇ। ਤੇ ਹੁਣ ਤੱਕ ਰੋਜ਼ ਮਿਲਦੀ ਹੁੰਦੀ ਸੀ ਝਾੜੂ ਕਰਨ ਵਾਲਿਆਂ ਨੂੰ।
ਤੇ ਜਦੋਂ ਸਾਡੇ ਵਾਲੇ ਮੋਹਰਾਂ ਹੀ ਲੱਭਣ ਤੁਰ ਪਏ ਮਾਰਨੇ, ਖਜ਼ਾਨਾ ਵੀ ਬੰਦ ਕਰ ਲਿਆ ਵੀ ਤਾਂ ਆਈ ਮੋਹਰਾਂ ਤੇ ਗਏ ਨੇ ਹੁਣ। ਬਸ ਆਹੀ ਇਹ ਮਾਇਆ ਥੋੜ੍ਹੀ ਮਿਲਦੀ ਹੈ ਜੀ, ਮਾਇਆ ਜ਼ਿਆਦਾ ਮਿਲਣੀ ਚਾਹੀਦੀ, ਆਹੀ ਗੱਲ ਚੱਲ ਰਹੀ ਹੈ। ਗੁਰੂ ਘਰ ਵਾਲੇ ਵੀ ਇਹੀ ਕਹਿ ਰਹੇ ਨੇ, ਥੋੜ੍ਹੀ ਮਾਇਆ ਜ਼ਿਆਦਾ ਮਾਇਆ, ਲਿਆਓ ਮਾਇਆ, ਦਿਓ ਮਾਇਆ। ਉਹ ਤੂੰ ਸੱਚੇ ਪਾਤਸ਼ਾਹ ਦੇ ਘਰ ਦੀ ਸੇਵਾ ਕਰੀ ਜਾ, ਤੇਰੇ ਮਗਰ ਤੁਰੇ ਫਿਰਨਗੇ ਪਦਾਰਥ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਇਹ ਤਾਂ ਦਾਸੀ ਹੈ ਮਾਇਆ ਪਰਮਾਤਮਾ ਦੇ ਨਾਮ ਦੀ, ਤੇ ਤੂੰ ਗੁਰੂ ਦਾ ਸੇਵਕ ਹੋ ਕੇ ਹੱਥ ਅੱਡਦਾ ਫਿਰਦਾ। ਲਿਆਓ ਜੀ, ਦਿੰਦੇ ਕਿਉਂ ਨਹੀਂ ਜੀ? ਸੇਵਾਦਾਰ ਹੈ ਫਿਰ ਨਾਲੇ ਤਨਖਾਹ ਵਾਲੀ ਗੱਲ ਬਣ ਗਈ। ਮਹਾਰਾਜ ਕਹਿੰਦੇ ਨੇ ਤੂੰ ਨਿਸ਼ਕਾਮ ਸੇਵਾ ਕਰੀ ਜਾ, ਤੈਨੂੰ ਤਾਂ ਪਰਮਾਤਮਾ ਵੀ ਤੇਰੇ ਮਗਰ ਮਗਰ ਤੁਰਿਆ ਫਿਰੇਗਾ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਪਰ ਇਹ ਤਾਂ ਸੌਦਾ ਕਰੀ ਬੈਠਾ ਮਹੀਨੇ ਵਾਲਾ, ਇਹਨੇ ਰੱਬ ਤੋਂ ਕੀ ਲੈਣਾ ਬਾਈ? ਮਾਲ ਟੇਕੜੀ ਖਾਲਸੇ ਦਾ ਖਜ਼ਾਨਾ, ਗਦਾਵਰੀ ਖਾਲਸੇ ਦਾ ਖਜ਼ਾਨਾ। ਬਹਾਦਰ ਸ਼ਾਹ ਨੂੰ ਮਿਲਣਾ ਕਲਗੀਧਰ ਪਾਤਸ਼ਾਹ ਨੇ ਬੰਦ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਕੇ ਥਾਪੀ ਭੇਜਿਆ, ਪੰਜਾਬ ਖਬਰਾਂ ਗਈਆਂ, ਵਜ਼ੀਰ ਭੇਜੇ, ਮੈਂ ਮਹਾਰਾਜ ਤੁਹਾਨੂੰ ਮਿਲਣਾ। ਮਹਾਰਾਜ ਕਹਿੰਦੇ ਨਹੀਂ, ਤੂੰ ਬੇਈਮਾਨ ਹੈ, ਬਚਨ ਕਰਕੇ ਮੁੱਕਰ ਗਿਆ, ਤੈਨੂੰ ਨਹੀਂ ਮਿਲਣਾ ਅਸਾਂ। ਇੱਕ ਦਿਨ ਬਿਨਾਂ ਆਗਿਆ ਤੂੰ ਮਿਲਣ ਆ ਗਿਆ। ਮਹਾਰਾਜ ਗੋਦਾਵਰੀ ਦੇ ਕੰਢੇ ਬੈਠੇ ਸੀ, ਰੁਮਾਲ ਦੇ ਉੱਤੇ ਰੱਖ ਕੇ ਨਗੀਨਾ ਬੜਾ ਕੀਮਤੀ ਮੋਤੀ ਭੇਟਾ ਕੀਤਾ ਆ ਕੇ ਮਹਾਰਾਜ ਦੇ ਅੱਗੇ। ਮਹਾਰਾਜ ਨੇ ਉਹਦਾ ਫੜਿਆ ਨਗੀਨਾ, ਗੋਦਾਵਰੀ ਸਿੱਟ ਦਿੱਤਾ। ਤਾਂ ਸਿੱਟਿਆ ਸੀ, ਮਹਾਰਾਜ ਨੂੰ ਮਿਲਣਾ ਨਹੀਂ ਸੀ ਚਾਹੁੰਦੇ। ਸੱਚੇ ਪਾਤਸ਼ਾਹ ਦਾ ਕਿਸੇ ਕੌਡੀ ਭੇਟਾ ਦਾ ਵੀ ਸਤਿਕਾਰ ਕਰਦੇ ਸੀ। ਇੱਕ ਕੌਡੀ ਭੇਟਾ ਕਰਦਾ ਸੀ ਜਿਹੜਾ, ਉਹਦਾ ਵੀ ਸਤਿਕਾਰ ਕਰਦੇ ਸੀ। ਬਹਾਦਰ ਸ਼ਾਹ ਦਾ ਨਗੀਨਾ ਕਿਉਂ ਸਿੱਟਿਆ ਸੀ ਮਹਾਰਾਜ ਨੇ? ਸੱਚੇ ਪਾਤਸ਼ਾਹ ਨੂੰ ਮਿਲਣਾ ਨਹੀਂ ਸੀ ਚਾਹੁੰਦੇ। ਤੇ ਬਹਾਦਰ ਸ਼ਾਹ ਕਹਿੰਦਾ ਇਹਨਾਂ ਨਗੀਨਿਆਂ ਦੀ ਕਦਰ ਤਾਂ ਬਾਦਸ਼ਾਹ ਨੂੰ ਹੁੰਦੀ ਹੈ, ਫਕੀਰਾਂ ਨੂੰ ਕੀ ਪਤਾ ਕੀ ਹੁੰਦੇ ਨੇ ਨਗੀਨੇ। ਮਹਾਰਾਜ ਕਹਿੰਦੇ ਤੂੰ ਬਾਦਸ਼ਾਹ ਤੇ ਅਸੀਂ ਫਕੀਰ। ਪਾਣੀਪਤ ਦੇ ਮੈਦਾਨੇ ਜੰਗ ਵੀ ਤੂੰ ਬਾਦਸ਼ਾਹ ਸੀ, ਜਦੋਂ ਤੇਰੀਆਂ ਲੱਤਾਂ ਕੰਬਦੀਆਂ ਸੀ ਤਾਰਾ ਆਜ਼ਮ ਦੀ ਫੌਜ ਦੇਖ ਕੇ। ਜੇ ਅਸੀਂ ਤਾਰਾ ਆਜ਼ਮ ਨੂੰ ਮਾਰ ਸਕਦੇ ਸੀ, ਤੇਰਾ ਵੀ ਕੀਰਤਨ ਸੋਲਾ ਪੜ੍ਹ ਕੇ ਦਿੱਲੀ ਦਾ ਤਖਤ ਲੈ ਸਕਦੇ ਸੀ। ਤੂੰ ਇੱਕ ਨਗੀਨੇ ਦੀ ਗੱਲ ਕਰਦਾ, ਵੜ ਗੋਦਾਵਰੀ 'ਚ। ਜਦ ਗੋਦਾਵਰੀ 'ਚ ਵੜਿਆ ਬਹਾਦਰ ਸ਼ਾਹ, ਦੇਖਿਆ ਸਾਰੀ ਗੋਦਾਵਰੀ ਨਗੀਨਿਆਂ ਨਾਲ ਭਰੀ ਹੈ। ਮਹਾਰਾਜ ਕਹਿੰਦੇ ਆਪਣਾ ਚੱਕ ਲੈ, ਇਹ ਖਾਲਸੇ ਦਾ ਖਜ਼ਾਨਾ ਹੈ ਗੋਦਾਵਰੀ, ਲੱਭ ਲੈਣਗੇ ਫੰਡ ਸਾਡੇ। ਕਿੰਨੇ ਕੁ ਮਹਾਰਾਜ ਨੇ ਖਜ਼ਾਨੇ ਜਮ੍ਹਾਂ ਕੀਤੇ ਨੇ ਖਾਲਸੇ ਵਾਸਤੇ। ਕੱਲ੍ਹ ਨੂੰ ਸਮਾਪਤੀ ਹੋਣੀ ਹੈ ਨਾ ਦੀਵਾਨਾਂ ਦੀ, ਤਾਂ ਇਹਨਾਂ ਨੂੰ ਪੁੱਛ ਕੇ ਜਾਇਓ, ਜਦੋਂ ਦੀਵਾਨ ਸ਼ੁਰੂ ਕੀਤੇ ਸੀ ਜਿੰਨੀ ਕੁ ਰਸਤ ਲੈ ਕੇ ਆਏ ਸੀ ਉਹ ਹੈਗੀ ਕਿ ਫਤਿਹ ਹੋ ਗਈ? ਉਦੋਂ ਦੁੱਗਣੀ ਇੱਥੇ ਪਈ ਹੋਊਗੀ ਅਜੇ ਵੀ। ਜਿੰਨਾ ਵਰਤਾਓਗੇ ਓਨਾ ਆਪਣੇ ਆਪ ਵੱਧਦਾ ਜਾਏਗਾ ਗੁਰੂ ਦਾ ਲੰਗਰ। ਪਰ ਵਪਾਰ ਨਹੀਂ ਕਰਨਾ। ਅੱਜ ਧਾਰਮਿਕ ਸਮਾਗਮ ਵਪਾਰ ਹੋ ਰਹੇ ਨੇ। ਸਾਡੇ ਬਚਣਗੇ ਕਿੰਨੇ, ਸਾਡੇ ਲੱਗਣਗੇ ਕਿੰਨੇ? ਵਪਾਰ। ਫਿਰ ਜਮ੍ਹਾਂ ਕਰਾਵਾਂਗੇ, ਫਿਰ ਲੜਾਂਗੇ। ਇਹ ਗੱਫਾ ਮਾਰ ਗਿਆ, ਕਹਿੰਦਾ ਇਹ ਨਹੀਂ, ਦੂਜਾ ਮਾਰ ਗਿਆ ਗੱਫਾ। ਤੁਸੀਂ ਗੁਰੂ ਦਾ ਆਸਾ ਲੈ ਕੇ ਸ਼ੁਰੂ ਕਰ ਦਿਓ। ਇੱਥੇ ਸੜਕ 'ਤੇ ਇੱਕ ਸਿੰਘ ਅਰਦਾਸ ਕਰਕੇ ਗੁਰੂ ਤੋਟ ਨਹੀਂ ਆਉਣ ਦਿੰਦਾ ਕਦੇ। ਸੋ ਸਾਧ ਸੰਗਤ ਜੀ, ਅਨੰਦਪੁਰੀ ਛੱਡ ਕੇ ਮਹਾਰਾਜ 6 ਪੋਹ ਨੂੰ ਸਰਸਾ ਦੇ ਕਿਨਾਰੇ 2 ਵੱਜ ਗਏ। ਅੰਮ੍ਰਿਤ ਵੇਲੇ ਦਾ ਨਗਾਰਾ ਵੱਜਿਆ। ਅੱਜ ਬੜੇ ਸਾਧਨ ਹੋ ਗਏ ਨੇ, ਆਪਾਂ ਲੌਸਮੈਂਟ ਕਰ ਦਿੰਦੇ ਹਾਂ, ਜਾਂ ਸਭ ਦੇ ਹੱਥ 'ਚ ਮੀਡੀਆ, ਕੋਈ ਸੁਨੇਹਾ ਦੇ ਦਿੰਦੇ ਹਾਂ, ਮੈਸੇਜ। ਉਦੋਂ ਦੂਰ ਗੱਲ ਸੁਣਾਉਣ ਦਾ ਤਰੀਕਾ ਇਹ ਸੀ, ਨੌਬਤ ਵੱਜੀ ਸੁਬਹ ਸਿਉਂ। ਉਹ ਦਰਵਾਜ਼ੇ 'ਤੇ ਖੜ੍ਹ ਕੇ ਨੌਬਤ ਛੋਟੀ ਹੁੰਦੀ ਸੀ ਨਗਾਰੇ ਨਾਲੋਂ, ਉਹ ਵਜਾਈ ਜਾਂਦੀ ਸੀ।
ਤੇ ਜਾਂ ਫਿਰ ਨਗਾਰੇ ਦੀ ਚੋਟ ਮਾਰ ਕੇ ਡਬਲ ਦੱਸਿਆ ਜਾਂਦਾ ਸੀ। ਚੋਟ ਤੋਂ ਪਤਾ ਲੱਗਦਾ ਸੀ ਵੀ ਕੀ ਹੁਕਮ ਹੈ। ਇਹ ਨਗਾਰਾ ਵਜਾਉਣਾ ਵੀ ਇੱਕ ਚੜ੍ਹਦੀ ਕਲਾ ਤੇ ਆਜ਼ਾਦੀ ਦੀ ਨਿਸ਼ਾਨੀ। ਇਸ ਕਰਕੇ ਸਾਡੇ ਗੁਰੂ ਘਰਾਂ 'ਚ ਬੰਦ ਕਰ ਦਿੱਤੇ ਆ ਨਗਾਰੇ। ਅਸੀਂ ਪੜ੍ਹੇ ਨਹੀਂ, ਬੇਸਮਝ ਜ਼ਿਆਦਾ ਬਣੇ ਆ। ਅੱਗੇ ਹਰ ਗੁਰੂ ਘਰ 'ਚ ਨਗਾਰਾ ਵੱਜਦਾ ਹੁੰਦਾ ਸੀ। ਹੁਣ ਸਾਡੇ ਸਿਆਣਿਆਂ ਨੇ ਹੌਲੀ ਹੌਲੀ ਆਹ ਜੋਤਾਂ ਵੀ ਬੁਝਾ ਦੇ ਬ੍ਰਾਹਮਣਾਂ ਨੇ ਲਾਈਆਂ ਹੋਈਆਂ ਨੇ। ਸਾਨੂੰ ਕਿਵੇਂ ਸਾਡੇ ਭੇਖ 'ਚ ਹੀ ਸਾਨੂੰ ਖਤਮ ਕਰਨ ਲੱਗੇ ਪਏ ਨੇ। ਜਦੋਂ ਆਨੰਦਪੁਰੀ ਛੱਡੀ ਨਾ ਕਲਗੀਧਰ ਪਾਤਸ਼ਾਹ ਨੇ, ਜਿਹੜਾ ਗੁਰਬਖਸ਼ ਉਦਾਸੀ ਸੀ ਉਹਦੀ ਡਿਊਟੀ ਲਾਈ ਕਲਗੀਧਰ ਪਾਤਸ਼ਾਹ ਨੇ ਕਿ ਇਸ ਅਨੰਦਪੁਰ ਸਾਹਿਬ ਦੇ ਵਿੱਚ ਦੀਵਾ ਬੁੱਝਣਾ ਨਹੀਂ ਚਾਹੀਦਾ। ਨੌਵੇਂ ਪਾਤਸ਼ਾਹ ਦਾ ਸੀਸਗੰਜ ਸਾਹਿਬ ਜਿੱਥੇ ਮਹਾਰਾਜ ਦਾ ਸੀਸ ਲਿਆ ਕੇ ਭਾਈ ਜੈਤੇ ਨੇ ਰੱਖਿਆ, ਸੰਸਕਾਰ ਕੀਤਾ, ਉੱਥੇ ਤੂੰ ਦੀਵਾ ਰੋਜ਼ ਜਗਾਉਣਾ ਹੈ। ਗੁਰਬਖਸ਼ ਉਦਾਸੀ, ਇਸ ਆਨੰਦਪੁਰੀ 'ਚ ਦੀਵਾ ਨਹੀਂ ਬੁੱਝਣਾ ਚਾਹੀਦਾ। ਜਿਹਦਾ ਕੋਈ ਜਿਉਂਦਾ ਨਾ ਰਹੇ ਵਾਰਸ, ਉਸ ਘਰ ਦਾ ਦੀਵਾ ਬੁੱਝ ਜਾਂਦਾ ਹੈ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਗੁੱਲ ਹੋ ਗਿਆ। ਪਰ ਇਹ ਜਿਉਂਦੀ ਕੌਮ ਦਾ ਘਰ ਹੈ, ਇੱਥੇ ਕਦੀ ਦੀਵਾ ਬੁੱਝ ਨਹੀਂ ਸਕਦਾ। ਸਾਧ ਸੰਗਤ ਜੀ, ਬ੍ਰਾਹਮਣਾਂ ਦਾ ਇਹਦੇ ਨਾਲ ਕੀ ਮਤਲਬ ਹੈ? ਇਸ ਕਰਕੇ ਅਖੰਡ ਜੋਤ ਜਾਗਰੀ ਹਰਿਮੰਦਰ ਸਾਹਿਬ ਦੇ ਵਿੱਚ। ਅਬਦਾਲੀ ਆਇਆ, ਮੱਸਾ ਰੰਗੜ ਵਰਗੇ ਹੋਰ ਵੀ ਕਈ ਆਏ, ਜਿਨ੍ਹਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਘਰ ਦਾ ਗੁੱਲ ਹੋ ਗਿਆ। ਪਰ ਇੱਥੇ ਸਦਾ ਇਹ ਜਿਉਂਦੀ ਕੌਮ ਦਾ ਘਰ ਹੈ, ਇਹਦੇ ਵਾਰਸ ਜਿਉਂਦੇ ਨੇ, ਇੱਥੇ ਕਦੇ ਦੀਵਾ ਬੁੱਝ ਨਹੀਂ ਸਕਦਾ ਹੈ। ਸੋ ਸਾਧ ਸੰਗਤ ਜੀ, ਸਰਸਾ ਦੇ ਕਿਨਾਰੇ ਪਹੁੰਚ ਗਏ। 2 ਵਜੇ ਦਾ ਨਗਾਰਾ ਵੱਜਿਆ, ਅੰਮ੍ਰਿਤ ਵੇਲੇ ਦਾ। ਪਿਆਰੇ ਭਾਈ ਦਿਆਲ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਪੁੱਛਦੇ ਨੇ, 2 ਵਜੇ ਦਾ ਨਗਾਰਾ ਵੱਜਿਆ, ਅੰਮ੍ਰਿਤ ਵੇਲਾ ਹੋ ਗਿਆ। ਜੀ ਮਹਾਰਾਜ। ਸੱਚੇ ਪਾਤਸ਼ਾਹ ਕਹਿੰਦੇ, ਆਨੰਦਪੁਰ ਸਾਹਿਬ ਰੋਜ਼ ਆਸਾ ਜੀ ਦੀ ਵਾਰ ਦਾ ਕੀਰਤਨ ਸਦਾ ਹੁੰਦਾ ਹੈ ਤੇ ਹੁੰਦਾ ਰਹੇਗਾ। ਕੀਰਤਨ ਕਰੋ ਆਸਾ ਜੀ ਦੀ ਵਾਰ ਦਾ ਸ਼ੁਰੂ। ਠੱਕਾ ਚੱਲ ਰਿਹਾ ਹੈ, ਹਵਾ ਤੇ ਕਣੀਆਂ ਇਕੱਠੀਆਂ, ਠੱਕਾ। ਡਬਲ ਠੰਡ ਹੋ ਜਾਂਦੀ ਹੈ ਜਦੋਂ ਹਵਾ ਤੇ ਕਣੀਆਂ ਪੈਂਦੀਆਂ। ਹੁਣ ਪੋਹ ਦਾ ਮਹੀਨਾ ਹੋ, ਸਰਸਾ ਦਾ ਕਿਨਾਰਾ ਹੈ ਦਰਿਆ ਦਾ, ਹੋਰ ਹਵਾ ਠੰਡੀ ਆ ਰਹੀ ਹੈ ਤੇ ਸਰਸਾ ਕੰਢਿਆਂ ਤੋਂ ਬਾਹਰ ਭਰੀ ਵਗ ਰਹੀ ਹੈ। ਸਾਉਣ ਭਾਦਰ 'ਚ ਦਰਿਆ ਚੜ੍ਹੇ ਹੁੰਦੇ ਨੇ, ਪਰ ਪੋਹ ਦੇ ਮਹੀਨੇ 'ਚ ਸਰਸਾ ਭਰੀ ਚੱਲ ਰਹੀ ਸੀ। ਇਹ ਤਾਂ ਪਰਮਾਤਮਾ ਦੀ ਮੌਜ ਹੈ। ਨਦੀਆਂ ਵਿੱਚ ਟਿੱਬੇ ਬਣਾ ਦੇਵੇ, ਟਿੱਬਿਆਂ 'ਚ ਨਦੀਆਂ ਚਲਾ ਦੇਵੇ। ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ। ਕੀੜਾ ਥਾਪ ਦੇ ਪਾਤਸ਼ਾਹ, ਲਸ਼ਕਰ ਕਰੇ ਸਵਾਹ। ਇਹ ਤਾਂ ਉਹਦੀ ਮੌਜ ਹੈ। ਪਰ ਪੋਹ 'ਚ ਦਰਿਆ ਘੱਟ ਹੀ ਚੜ੍ਹੇ ਦੇਖੇ ਆਪਾਂ, ਤੇ ਸਰਸਾ ਮੁੜ ਕੇ ਭਰੀ ਵੱਗੀ ਵੀ ਨਹੀਂ ਦੇਖੀ ਹੋਣੀ ਕਿਸੇ ਨੇ। ਗੁਰੂ ਦੇ ਸਿੰਘ, ਗੁਰੂ ਘਰ ਦਾ ਬਹੁਤ ਇਤਿਹਾਸ, ਧਾਰਮ ਗ੍ਰੰਥ ਸਰਸਾ ਦੀ ਭੇਟ ਹੋ ਗਏ ਸੀ, ਤੇ ਗੁਰੂ ਦੀ ਨਾਰਾਜ਼ਗੀ ਦਾ ਪਾਤਰ ਬਣੀ ਸਰਸਾ। ਸਮਾਪਤੀ ਹੋਈ ਆਸਾ ਦੀ ਵਾਰ। ਭਾਈ ਉਦੈ ਸਿੰਘ, ਬਾਬਾ ਅਜੀਤ ਸਿੰਘ ਸਿੰਘਾਂ ਸਮੇਤ ਦੁਸ਼ਮਣ ਦੀ ਫੌਜ ਰੋਕ ਕੇ ਰੱਖੀ। ਬਾਬਾ ਅਜੀਤ ਸਿੰਘ ਅੱਗੇ ਆਏ, ਭਾਈ ਉਦੈ ਸਿੰਘ ਬੰਦ ਕੱਟ ਕੇ ਸ਼ਹੀਦ ਹੋ ਗਏ। ਅੱਗੇ ਭਾਈ ਬਚਿੱਤਰ ਸਿੰਘ, ਬਾਬਾ ਅਜੀਤ ਸਿੰਘ ਸਿੰਘਾਂ ਸਮੇਤ ਫਿਰ ਮੁਕਾਬਲਾ ਕਰਦੇ ਰਹੇ। 10 ਲੱਖ ਫੌਜ ਮਾਰ ਦਾ ਪਿੱਛਾ ਕਰ ਰਹੀ ਸੀ। ਹੁਕਮ ਕਰ ਦਿੱਤਾ ਸੱਚੇ ਪਾਤਸ਼ਾਹ ਨੇ ਕਿ ਖਾਲਸਾ
ਸਰਸਾ ਵਿੱਚ ਘੋੜੇ ਠੇਲ ਦੇਵੇ, ਸਰਸਾ ਤੋਂ ਪਾਰ ਹੋ ਜਾਏ। ਪਹਾੜਾਂ ਤੋਂ ਬਰਫ਼ ਦਾ ਪਾਣੀ ਰੁੜ ਖੁਰ ਕੇ ਆ ਰਿਹਾ ਸਰਸਾ ਦੇ ਵਿੱਚ। ਪੋਹ ਦੇ ਮਹੀਨੇ 'ਚ ਪਾਣੀ ਉਂਝ ਹੀ ਬਰਫ਼ ਵਰਗਾ ਹੀ ਹੁੰਦਾ ਹੈ। ਤੇ ਘੋੜੇ ਸਰਸਾ 'ਚ ਠੇਲ ਦਿੱਤੇ। ਬਹੁਤ ਸਾਰੇ ਸਿੰਘ ਸਰਸਾ ਦੀ ਭੇਟਾ ਹੋ ਗਏ ਲੰਘਣ ਵੇਲੇ। ਸਾਧ ਸੰਗਤ ਜੀ, ਸਾਨੂੰ ਸੁਣਾਉਣ ਦੀ ਆਦਤ ਪਈ ਹੈ, ਤੁਹਾਨੂੰ ਸੁਣਨ ਦੀ ਆਦਤ ਪਈ ਹੈ। ਆਪਾਂ ਜੇ ਮਹਿਸੂਸ ਕਰੀਏ ਉਸ ਗੱਲ ਨੂੰ, ਕਹਿ ਦਿੰਦੇ ਹਾਂ ਕਿ ਮਹਾਰਾਜ ਤੱਤੀ ਤਵੀ 'ਤੇ ਚੌਂਕੜਾ ਮਾਰ ਕੇ ਬੈਠੇ। ਸੌਖਾ ਹੀ ਹੈ ਨਾ ਕਹਿਣਾ, ਸੁਣਨਾ ਵੀ ਸੌਖਾ ਹੈ। ਕਦੇ ਤਵੇ 'ਤੇ ਉਂਗਲੀ ਲਾਇਓ ਖਾ ਭਲਾ, ਜਦੋਂ ਰੋਟੀ ਪੱਕਦੀ ਹੁੰਦੀ ਹੈ ਯਾਦ ਆ ਜਾਏਗੀ ਨਾ ਤਵੀ ਕਿਵੇਂ ਬੈਠੇ ਸੀ ਮਹਾਰਾਜ ਚੌਂਕੜਾ ਮਾਰ। ਅਤੇ ਸਾਧ ਸੰਗਤ ਜੀ, ਹੁਣ ਤਾਂ ਭਾਵੇਂ ਉਨੀ ਠੰਡ ਨਹੀਂ ਪੈਂਦੀ। ਬਜ਼ੁਰਗ ਦੱਸਦੇ ਨੇ ਕਿ ਜਦੋਂ ਬਾਹਰ ਜਾਂਦੇ ਸੀ, ਪਾਣੀ ਦੇ ਉੱਤੇ ਬਰਫ਼ ਜੰਮੀ ਹੁੰਦੀ, ਉਸਨੂੰ ਪਰਾਂ ਕਰਕੇ ਭੰਨ ਕੇ ਫਿਰ ਆਪਣੀ ਕਿਰਿਆ ਸਾਧਦੇ ਹੁੰਦੇ ਸੀ। ਪਰ ਅੱਜ ਹੀ ਬਾਹਰ ਨਿਕਲ ਕੇ ਦੇਖ ਲਿਓ, ਬਰਫ਼ ਵਰਗਾ ਪਾਣੀ ਹੋਵੇ। ਮਹਿਸੂਸ ਕਰਨੀ ਗੱਲ ਕਿ ਸਿੰਘਾਂ ਦੇ ਬਸਤਰ ਵੀ ਭਿੱਜੇ ਹੋਣਗੇ ਸਰਸਾ ਦੇ ਵਿੱਚੋਂ ਲੰਘਣ ਵੇਲੇ। ਤੇ ਪਰਲੇ ਪਾਸੇ ਜਾ ਕੇ ਬਸਤਰ ਬਦਲ ਵੀ ਨਹੀਂ ਸੀ ਲੈਣੇ, ਗਿੱਲੇ ਬਸਤਰ। ਤੇ ਦੁਸ਼ਮਣ ਦੀ ਫੌਜ ਮਗਰ ਆ ਰਹੀ ਹੈ। ਜਿਹੜੇ ਸਿੰਘਾਂ ਦੇ ਸਰੀਰ 'ਤੇ ਫੱਟ ਹੋਏ ਹੋਏ ਸੀ ਜੰਗ ਕਰਦਿਆਂ, ਉਹ ਫੱਟਾਂ ਉੱਤੇ ਠੰਡਾ ਪਾਣੀ ਵੀ ਲੱਗਿਆ ਹੋਣਾ ਜ਼ਰੂਰ। ਸਿੱਖਾ, ਤੂੰ ਤਾਂ ਹੁਣ ਰਜਾਈ 'ਚ ਪਿਆ ਹੁੰਦਾ, ਪੋਹ ਦਾ ਮਹੀਨਾ ਹੈ, ਕਿਹੜਾ ਹੁਣ ਅੰਮ੍ਰਿਤ ਛਕੇ। ਪੋਹ ਦੇ ਮਹੀਨੇ ਠੰਡ 'ਚ ਨਹਾਉਣਾ ਪੈਂਦਾ ਹੈ। ਕਿੱਡਾ ਸਾਡਾ ਜੀਵਨ ਢਹਿੰਦੀ ਕਲਾ ਵੱਲ ਆ ਗਿਆ। ਆਹ ਜਿਹੜੇ ਦਿਹਾੜੇ ਨੇ ਸਾਧ ਸੰਗਤ ਜੀ, ਇੱਕ ਇੱਕ ਪਲ, ਇੱਕ ਇੱਕ ਘੜੀ, ਇੱਕ ਇੱਕ ਮਿੰਟ ਹੈ ਜਿਹੜਾ ਸਾਨੂੰ ਸੁਚੇਤ ਕਰਦਾ ਹੈ, ਚੜ੍ਹਦੀ ਕਲਾ ਦਾ ਆਪਾਂ ਨੂੰ ਉਪਦੇਸ਼ ਦਿੰਦਾ ਹੈ। ਇੱਥੇ ਕਲਗੀਧਰ ਪਾਤਸ਼ਾਹ ਦਾ ਸਾਰਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਕਲਗੀਧਰ ਪਾਤਸ਼ਾਹ ਅਤੇ 38 ਹੋਰ, ਸਾਰੇ ਗਿਣਤੀ 41 ਸਰਸਾ ਤੋਂ ਪਾਰ ਹੋਏ। ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਜੀ ਦੇ ਨਾਲ ਇੱਥੋਂ ਦਿੱਲੀ ਨੂੰ ਚਲੇ ਗਏ। ਮਾਤਾ ਗੁਜਰ ਕੌਰ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਇੱਥੇ ਸਰਸਾ ਦੇ ਕਿਨਾਰੇ ਸਤਿਗੁਰਾਂ ਤੋਂ ਵਿਛੜ ਗਏ। ਇੱਥੇ ਸਾਰਾ ਪਰਿਵਾਰ ਮਹਾਰਾਜ ਦਾ ਖੇਰੂ ਖੇਰੂ ਹੋ ਗਿਆ। ਪਾਣਾ ਕਰਤਾਰ ਦਾ ਸਰਸਾ ਨੇ ਪਾਏ ਵਿਛੋੜੇ, ਪਾਣਾ ਕਰਤਾਰ ਦਾ ਸਰਸਾ ਨੇ ਪਾਏ ਵਿਛੋੜੇ। ਪਾਣਾ ਕਰਤਾਰ ਦਾ ਪਸਾਨੇ ਪਾਏ, ਪਾਣਾ ਕਰਤਾਰ ਦਾ ਸਰਸਾ ਨੇ ਪਾਏ ਵਿਛੋੜੇ। ਸਾਰਾ ਪਰਿਵਾਰ ਮਹਾਰਾਜ ਦਾ ਖੇਰੂ ਖੇਰੂ ਹੋ ਗਿਆ। ਦੁਸ਼ਮਣ ਦੀ ਫੌਜ ਮਹਾਰਾਜ ਦਾ ਪਿੱਛਾ ਕਰ ਰਹੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਕੋਟਲਾ ਨਿਹੰਗ
ਨਿਹੰਗ ਖਾਂ ਮਹਾਰਾਜ ਦਾ ਆਨੰਦ ਸੇਵਕ ਹਰ ਇੱਕ ਮਹੀਨੇ ਪਰਿਵਾਰ ਸਮੇਤ ਮਹਾਰਾਜ ਦੇ ਦਰਸ਼ਨ ਕਰਨ ਆਉਂਦਾ ਸ੍ਰੀ ਅਨੰਦਪੁਰ ਸਾਹਿਬ। 8 ਮਹੀਨਿਆਂ ਤੋਂ ਘੇਰਾ ਪਿਆ ਹੋਇਆ, ਦਰਸ਼ਨ ਹੀ ਹੋਏ ਉਤਾਵਲ ਹੈ ਮਨ। ਇਹਦੇ ਪ੍ਰੇਮ ਦੀ ਖਿੱਚ ਸਦਕਾ ਮਹਾਰਾਜ ਨਿਹੰਗ ਖਾਂ ਕੋਲ ਪਹੁੰਚੇ। ਬਾਬਾ ਅਜੀਤ ਸਿੰਘ, ਭਾਈ ਬਚਿੱਤਰ ਸਿੰਘ ਨੂੰ ਨਾਲ ਲੈ ਕੇ, ਜਿਹੜੇ ਬਹੁਤ ਸਖਤ ਫੱਟੜ ਹੋਏ ਨੇ, ਇੱਥੇ ਆਏ। ਥੋੜ੍ਹਾ ਚਿਰ ਕਲਗੀਧਰ ਪਾਤਸ਼ਾਹ ਠਹਿਰੇ। ਭਾਵੇਂ ਨਿਹੰਗ ਖਾਂ ਕਹਿੰਦਾ ਮਹਾਰਾਜ ਮੈਂ ਸੇਵਾ ਕਰਾਂਗਾ, ਆਪ ਇੱਥੇ ਠਹਿਰੋ, ਇੱਥੇ ਰਹੋ। ਮਹਾਰਾਜ ਕਹਿੰਦੇ ਨਿਹੰਗ ਖਾਂ ਸਮਾਂ ਨਾਜ਼ੁਕ ਹੈ, ਆਗਿਆ ਨਹੀਂ ਦਿੰਦਾ ਸਮਾਂ, ਪਰ ਆ ਸਾਡਾ ਪ੍ਰਾਣਾਂ ਤੋਂ ਪਿਆਰਾ ਸਿੰਘ ਹੈ ਭਾਈ ਬਚਿੱਤਰ ਸਿੰਘ, ਜਿਹਨੇ ਖੂਨੀ ਹਾਥੀ ਦਾ ਮੁਕਾਬਲਾ ਕੀਤਾ ਸੀ। ਕੋਈ ਸਰੀਰ ਦਾ ਅੰਗ ਨਹੀਂ ਜਿਹਦੇ ਉੱਤੇ ਫੱਟ ਨਹੀਂ ਸੀ ਹੋਏ ਭਾਈ ਬਚਿੱਤਰ ਸਿੰਘ ਜੀ ਦੇ। ਇਹ ਸਾਡਾ ਪ੍ਰਾਣਾਂ ਤੋਂ ਪਿਆਰਾ ਸਿੰਘ, ਇਹਦੀ ਦੇਖਭਾਲ ਕਰੀ। ਜੇ ਠੀਕ ਹੋ ਗਏ ਸ਼ੁਕਰ ਅਕਾਲ ਪੁਰਖ ਦਾ, ਤੇ ਜੇ ਸਰੀਰ ਤਿਆਗ ਕੇ ਗੁਰਮਰਿਆਦਾ ਅਨੁਸਾਰ ਇਹਦਾ ਸੰਸਕਾਰ ਕਰ ਦੇਣਾ। ਕਲਗੀਧਰ ਪਾਤਸ਼ਾਹ ਤਾਂ ਅੱਗੇ ਚੱਲ ਪਏ। ਥੋੜ੍ਹੀ ਦੇਰ ਬਾਅਦ ਫੌਜ ਦਾ ਘੇਰਾ ਪੈ ਗਿਆ ਨਿਹੰਗ ਖਾਂ ਦੇ ਘਰ ਨੂੰ। ਤਲਾਸ਼ੀ ਹੋ ਰਹੀ ਹੈ ਨਿਹੰਗ ਖਾਂ ਦੇ ਘਰ ਦੀ। ਜਿਹੜੇ ਕਮਰੇ 'ਚ ਭਾਈ ਬਚਿੱਤਰ ਸਿੰਘ ਜੀ ਪਏ ਸੀ, ਉੱਥੇ ਨਿਹੰਗ ਖਾਂ ਦੀ ਜਵਾਨ ਧੀ ਮਮਤਾਬ ਇਹ ਬੈਠੀ ਹੈ, ਤੇ ਨਿਹੰਗ ਖਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ। ਫੌਜਦਾਰ ਤਲਾਸ਼ੀ ਕਰਦਾ, ਕਹਿੰਦਾ ਦਰਵਾਜ਼ਾ ਬੰਦ ਹੈ, ਇੱਥੇ ਕੌਣ ਹੈ? ਨਿਹੰਗ ਖਾਂ ਕਹਿੰਦਾ ਮੇਰੀ ਧੀ ਤੇ ਜਵਾਈ, ਜੇ ਤੁਸੀਂ ਕਹਿੰਦੇ ਹੋ ਮੈਂ ਦਰਵਾਜ਼ਾ ਖੋਲ੍ਹ ਦਿੰਦਾ। ਫੌਜਦਾਰ ਚਲੇ ਗਏ, ਫੌਜ ਚਲੀ ਗਈ। ਭਾਈ ਬਚਿੱਤਰ ਸਿੰਘ ਸਰੀਰ ਛੱਡ ਗਏ। ਗੁਰਮਰਿਆਦਾ ਅਨੁਸਾਰ ਨਿਹੰਗ ਖਾਂ ਨੇ ਸੰਸਕਾਰ ਕਰ ਦਿੱਤਾ। ਪਰ ਸਾਧ ਸੰਗਤ ਜੀ, ਨਿਹੰਗ ਖਾਂ ਦੀ ਧੀ ਨੇ 135 ਸਾਲ ਦੀ ਉਮਰ ਹੋਈ ਹੈ ਮਮਤਾਬ ਦੀ, ਨਿਹੰਗ ਖਾਂ ਦੀ ਧੀ ਦੀ 135 ਸਾਲ। ਪਰ ਆਪਣੀ ਜ਼ੁਬਾਨ ਨਾਲ ਸਾਰੀ ਉਮਰ ਕਿਸੇ ਨੂੰ ਪਤੀ ਨਹੀਂ ਆਖਿਆ। ਫਿਰ ਉਹਨੇ ਬੰਦਗੀ ਕਰਕੇ ਬੜੀ ਉੱਚੀ ਅਵਸਥਾ ਪ੍ਰਾਪਤ ਹੋ ਗਈ। ਬੰਦਗੀ ਕਰਕੇ ਸਾਰਾ ਜੀਵਨ ਸਫਲਾ ਕੀਤਾ। ਸ਼ਾਦੀ ਨਹੀਂ ਕਰਾਈ ਉਹਦੀ ਧੀ ਨੇ ਨਿਹੰਗ ਖਾਂ ਦੀ। ਲੋਕੀ ਕਹਿੰਦੇ ਨੇ 10ਵੇਂ ਪਾਤਸ਼ਾਹ ਮੁਸਲਮਾਨਾਂ ਨਾਲ ਲੜਦੇ ਸੀ। ਮੁਸਲਮਾਨ ਵੀਰ ਤਾਂ ਕਲਗੀਆਂ ਵਾਲੇ ਪਾਤਸ਼ਾਹ ਤੋਂ ਆਪਣੀ ਜਾਨ ਨਿਸ਼ਾਵਰ ਕਰਦੇ ਸੀ। ਆ ਨੇੜੀ ਕੜਾਮ ਹੈ, ਇੱਥੇ ਪੀਰ ਭੀਖਮ ਸ਼ਾਹ ਨੇ ਚੜ੍ਹਦੇ ਪਾਸੇ ਵੱਲ ਮੂੰਹ ਕਰਕੇ ਨਮਾਜ਼ ਪੜ੍ਹ ਕੇ ਆਖਿਆ, ਅੱਜ ਖੁਦਾਵੰਦ ਕਰੀਮ ਪਟਨੀ 'ਚ ਆ ਗਿਆ ਚੜ੍ਹਦੇ ਪਾਸੇ। ਸਭ ਤੋਂ ਪਹਿਲਾਂ ਦੁਨੀਆ 'ਤੇ ਖੁਦਾਵੰਦ ਕਰੀਮ ਕਹਿਣ ਵਾਲਾ ਖੁਦਾ ਦਾ ਨੂਰ ਪੀਰ ਭੀਖਮ ਸ਼ਾਹ ਹੈ। ਪੀਰ ਬੁੱਧੂ ਸ਼ਾਹ ਨੇ ਆਪਣੇ 2 ਸ਼ਹਿਜ਼ਾਦੇ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਕਰਵਾਏ ਸੀ। ਸਾਧ ਸੰਗਤ ਜੀ ਦਾ ਸਾਲਾ ਸੈਦ ਖਾਂ ਜਰਨੈਲ ਔਰੰਗਜ਼ੇਬ ਦੀ ਫੌਜ ਦਾ ਚੜ੍ਹ ਕੇ ਆਇਆ, ਦਰਸ਼ਨ ਕੀਤੇ, ਫਕੀਰ ਬਣ ਕੇ ਪਹਾੜਾਂ ਨੂੰ ਤੁਰ ਗਿਆ। ਗਨੀ ਖਾਂ, ਨਬੀ ਖਾਂ, ਮੁਸਲਮਾਨ ਵੀਰ, ਬੜੀ ਲੰਮੀ ਲਿਸਟ ਹੈ। ਕਲਗੀਧਰ ਪਾਤਸ਼ਾਹ ਕਿਸੇ ਕੌਮ, ਕਿਸੇ ਧਰਮ ਨਾਲ ਨਹੀਂ। ਜੇ ਸੱਚੇ ਪਾਤਸ਼ਾਹ ਦਾ ਜੰਗ ਹੈ ਤਾਂ ਜ਼ੁਲਮ ਨਾਲ ਹੈ, ਭਾਵੇਂ ਸਿੱਖ ਵੀ ਕਿਉਂ ਨਾ ਕਰਨ। ਜਿਉਂਦੇ ਕੜਾਹਿਆਂ 'ਚ ਪਾ ਪਾ ਕੇ ਫੂਕ ਦਿੱਤੇ ਸੀ ਮਹਾਰਾਜ ਨੇ ਸਿੱਖਾਂ ਨੂੰ। ਖਾਲਸੇ ਦੀ ਜੇ ਟੱਕਰ ਹੈ ਤਾਂ ਫਿਰ ਜ਼ੁਲਮ ਨਾਲ ਹੈ, ਕਿਸੇ ਜਾਤ ਨਾਲ ਨਹੀਂ, ਕਿਸੇ ਧਰਮ ਨਾਲ ਨਹੀਂ, ਕਿਸੇ ਕੌਮ ਨਾਲ ਨਹੀਂ, ਕਿਸੇ ਮਜ਼ਹਬ ਨਾਲ ਨਹੀਂ, ਕਿਸੇ ਦੇਸ਼ ਨਾਲ ਨਹੀਂ, ਕਿਸੇ ਫਿਰਕੇ ਨਾਲ ਨਹੀਂ। ਇਹ ਸਿੱਖ ਅਰਦਾਸ ਕਰਦਾ, ਇਹਦੀ ਅਰਦਾਸ ਉਦੋਂ ਮੁੱਕਦੀ ਜਦੋਂ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ, ਉਹਨਾਂ ਚਿਰ ਇਹਦੀ ਅਰਦਾਸ ਨਹੀਂ ਸਮਾਪਤ ਹੁੰਦੀ। ਤੇ ਇਹਦਾ ਫਿਰ ਜੰਗ ਕਿਹਦੇ ਨਾਲ ਹੈ?
ਜਿਹੜਾ ਮੰਗਦਾ ਹੀ ਸਰਬੱਤ ਦਾ ਭਲਾ ਹੈ, ਤੇ ਲੜਨਾ ਇਹਨੇ ਕਿਹਦੇ ਨਾਲ? ਚੇਤ ਆ ਗਿਆ ਸਰਨ ਵਿੱਚ ਤਾਂ ਫੇਰ ਤਾਂ ਉਹਨੂੰ ਦੇਗ ਵੀ ਛਕਾਉਂਦਾ, ਕੜਾਹ ਪ੍ਰਸ਼ਾਦ ਨੂੰ ਵੀ ਦੇਗ ਕਹਿੰਦੇ ਨੇ, ਲੰਗਰ ਨੂੰ ਵੀ ਦੇਗ ਹੀ ਕਹਿੰਦੇ ਨੇ। ਅਤੇ ਜੇ ਕੋਈ ਸਿਰ ਫਿਰਿਆ ਆ ਗਿਆ ਫਿਰ ਤੇਗ ਨਾਲ ਹੀ ਉਹਦੀ ਸੇਵਾ ਕਰ ਦਿੰਦੇ ਨੇ। ਭਾਵੇਂ ਬਦਾਲੀ ਆ ਗਿਆ, ਭਾਵੇਂ ਮੱਸਾ ਰੰਗੜ ਆ ਗਿਆ, ਕੋਈ ਆ ਗਿਆ ਭਾਵੇਂ, ਫਿਰ ਨੇਜੇ 'ਤੇ ਟੰਗ ਲੈਂਦੇ ਨੇ ਵੱਢ ਕੇ। ਇਹ ਵੀ ਸਾਡਾ ਇਤਿਹਾਸ ਹੈ। ਅਸੀਂ ਆਏ ਨੂੰ ਲੰਗਰ ਵੀ ਛਕਾਉਂਦੇ ਹਾਂ, ਸੇਵਾ ਵੀ ਕਰਦੇ ਹਾਂ, ਅਤੇ ਜੇ ਕੋਈ ਆਖੇ ਸਿਰ 'ਤੇ ਬਹਿਣ ਦੀ ਗੱਲ ਕਰੇ ਫਿਰ ਲਾਹਣਾ ਵੀ ਜਾਣਦਾ ਖਾਲਸਾ। ਦਿਆਲੂ ਵੀ ਇੰਨੇ ਸਰਬੱਤ ਦਾ ਭਲਾ ਮੰਗਦਾ ਹੈ, ਅਤੇ ਚੜ੍ਹਦੀ ਕਲਾ ਵੀ ਇੰਨੀ ਹੈ ਵੀ ਵੱਡੇ ਵੱਡੇ ਜ਼ਾਲਮਾਂ ਅੱਗੇ ਸਿਰ ਨਹੀਂ ਝੁਕਾਉਂਦਾ ਕਦੇ। ਝੁਕਦੇ ਦੇਖੇ ਨੇ ਇਹਦੇ ਅੱਗੇ ਵੱਡੇ ਵੱਡੇ ਦੁਨੀਆ ਦੇ ਤਾਕਤਵਰ। ਸੋ ਸਾਧ ਸੰਗਤ ਜੀ, ਇੱਥੋਂ ਚੱਲ ਕੇ ਮਹਾਰਾਜ ਗੜੀ ਚਮਕੌਰ ਪਹੁੰਚੇ। ਸ਼ਾਮ ਹੋ ਚੁੱਕੀ ਹੈ। ਕੱਚੀ ਗੜੀ ਹੈ, ਕੱਲਰ ਦੀਆਂ ਖਾਧੀਆਂ ਕੰਧਾਂ, ਘੁਣੇ ਦੀਆਂ ਖਾਧੀਆਂ ਹੋਈਆਂ ਛੱਤਾਂ। ਗੜੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਸਿੰਘ ਬੁਰਜਾਂ 'ਚ ਤੀਰ ਕਮਾਨ ਲੈ ਕੇ ਬੈਠ ਗਏ। ਮਹਾਰਾਜ ਕਹਿੰਦੇ ਜਿਹੜਾ ਗੜੀ ਦੇ ਨੇੜੇ ਆਵੇ, ਕੱਚੀ ਗੜੀ ਸੀ, ਕੱਚੀਆਂ ਕੰਧਾਂ ਸੀ ਮਿੱਟੀ ਦੀਆਂ, ਮਹਾਰਾਜ ਕਹਿੰਦੇ ਇੱਕ ਤੀਰ ਬਖਸ਼ ਦੇਣਾ, ਮੁੜ ਕੇ ਨੇੜੇ ਨਾ ਆਵੇ ਕੋਈ। ਕੁਛ ਸਿੰਘ ਪਹਿਰੇ 'ਤੇ ਨੇ, ਕੁਛ ਸਿੰਘ ਆਰਾਮ ਕਰ ਰਹੇ ਨੇ, ਕਿਸੇ ਨੇ ਘੋੜੇ ਦੀ ਕਾਠੀ ਲਾ ਕੇ ਉਹਦਾ ਸਰਾਣਾ ਲਾਇਆ, ਘੋੜੀ ਦੀ ਕਾਠੀ ਦਾ। ਕਿਸੇ ਨੇ ਧਰਤੀ 'ਤੇ ਭੁੰਜੇ ਆਸਣ ਲਾ ਕੇ ਬਰਫ਼ ਵਰਗੀ ਧਰਤੀ 'ਤੇ ਆਰਾਮ ਕਰ ਰਿਹਾ। ਕਿਸੇ ਸਿੰਘ ਦਾ ਦਮਾਲਾ ਖੁੱਲ੍ਹਿਆ, ਕਿਸੇ ਸਿੰਘ ਦੇ ਪੈਰਾਂ ਵਿੱਚ ਜੋੜਾ ਨਹੀਂ, ਜ਼ਖਮ ਹੋਏ ਨੇ ਪੈਰਾਂ ਵਿੱਚ। ਕਿਸੇ ਦੇ ਸਰੀਰ 'ਤੇ ਸ਼ਾਸਤਰ ਵੱਜ ਕੇ ਫੱਟ ਹੋਈ ਅਤੇ ਖੂਨ ਵਗ ਰਿਹਾ। ਸਿੰਘ ਆਰਾਮ ਕਰ ਰਹੇ ਨੇ, ਪਰ ਸੱਚੇ ਪਾਤਸ਼ਾਹ ਨੇ ਆਰਾਮ ਨਹੀਂ ਕੀਤਾ। ਪਿਆਰੇ ਭਾਈ ਦਇਆ ਸਿੰਘ ਨਾਲ ਨੇ। ਉਹ ਜਿਹੜੇ ਸਿੰਘ ਸੁੱਤੇ ਪਏ ਉਹਨਾਂ ਦੇ ਚਰਨ ਘੁੱਟਦੇ ਨੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ। ਜਿਹੜੇ ਸਿੰਘਾਂ ਦੇ ਦਮਾਲੇ ਖੁੱਲ੍ਹੇ ਨੇ, ਆਪ ਸਜਾਉਂਦੇ ਨੇ ਮਹਾਰਾਜ ਦਮਾਲਾ। ਇਹ ਬਾਬਾ ਫਤਿਹ ਸਿੰਘ ਜੀ ਨੇ ਸ਼ੁਰੂ ਕੀਤਾ ਦਮਾਲਾ ਸਜਾਉਣਾ। ਬਾਬਾ ਅਜੀਤ ਸਿੰਘ ਜੀ ਸ਼ਾਸਤਰ ਵਿੱਦਿਆ ਸਿਖਾ ਰਹੇ ਸੀ ਸਿੰਘਾਂ ਨੂੰ, ਅਤੇ ਬਾਬਾ ਫਤਿਹ ਸਿੰਘ ਜੀ ਆ ਕੇ ਕਹਿੰਦੇ, ਵੀਰ ਜੀ ਮੈਨੂੰ ਵੀ ਸਿਖਾਓ। ਕਹਿੰਦੇ, ਫਤਿਹ ਸਿੰਘ ਤੂੰ ਅਜੇ ਛੋਟਾ ਹੈ, ਤੈਨੂੰ ਨਹੀਂ ਸਿਖਾਉਣਾ ਅਜੇ। ਅਤੇ ਬਾਬਾ ਫਤਿਹ ਸਿੰਘ ਜਾ ਕੇ ਇੱਕ ਦਸਤਾਰ ਬੰਨੀ, ਫਿਰ ਹੋਰ ਕੱਪੜਾ ਬੰਨਿਆ, ਫਿਰ ਉੱਚਾ ਸਾਰਾ ਦਮਾਲਾ ਸਜਾ ਕੇ ਆ ਗਏ। ਕਹਿੰਦੇ ਹੁਣ ਤਾਂ ਨਹੀਂ ਨਾ ਮੈਂ ਛੋਟਾ ਲੱਗਦਾ। ਅਤੇ ਬਾਬਾ ਫਤਿਹ ਸਿੰਘ ਜੀ ਨੇ ਦਮਾਲਾ ਸਜਾਇਆ। ਇਹ ਜਿਹੜੀਆਂ ਫੌਜਾਂ ਸਜਾਉਂਦੀਆਂ ਨਾ ਅੱਜ ਕੱਲ੍ਹ, ਕਈ ਹੋਰ ਵੀ ਸਜਾਈ ਫਿਰਦੇ ਨੇ ਕੱਚੇ ਪਿੱਲੜ ਜੇ। ਤਾਂ ਹੀ ਫਿਰ ਉਹਨਾਂ ਨੂੰ ਸਿੰਘਾਂ ਨੂੰ ਸੋਧਾ ਵੀ ਲਾਉਣਾ ਪੈਂਦਾ ਨਾ। ਫਿਰ ਸੋਧਾ ਵੀ ਮਸ਼ਹੂਰ ਹੋ ਗਿਆ ਸਿੰਘਾਂ ਨਾਲ। ਇਹ ਥੋੜ੍ਹਾ ਠੰਡਾ ਜਿਹਾ ਪੈ ਗਿਆ ਸੀ ਪਿੱਛੇ ਜੇ, ਹੁਣ ਫਿਰ ਆ ਗਿਆ ਸਿੰਘਾਂ ਦੀ ਜ਼ੁਬਾਨ 'ਤੇ ਸੋਧਾ ਕੀ ਹੁੰਦਾ। ਕਿਸੇ ਪੱਤਰਕਾਰ ਨੇ ਪੁੱਛਿਆ ਸੋਧਾ ਕਿਹਨੂੰ ਕਹਿੰਦੇ? ਉਹ ਕਹਿੰਦਾ ਜਿਹੜਾ ਟੰਗਿਆ ਕਾਂ ਨੂੰ ਇਹਨੂੰ ਸੋਧਾ ਹੀ ਆਉਂਦੇ ਨੇ, ਹੋਰ ਕੀ ਹੁੰਦਾ। ਸੋ ਸਾਧ ਸਿੰਘ ਜੀ, ਕਲਗੀਧਰ ਪਾਤਸ਼ਾਹ ਮਹਾਰਾਜ ਤੀਰ ਦੀ ਨੋਕ ਨਾਲ ਕੰਧਾਂ ਨੂੰ ਟੋਹ ਟੋਹ ਕੇ ਦੇਖਦੇ, ਛੱਤਾਂ ਉੱਤੇ ਅੱਡੀਆਂ ਮਾਰ ਮਾਰ ਕੇ ਦੇਖਦੇ ਨੇ। ਪਿਆਰੇ ਭਾਈ ਦਇਆ ਸਿੰਘ ਮਹਾਰਾਜ ਪੁੱਛਦੇ ਨੇ, ਸੱਚੇ ਪਾਤਸ਼ਾਹ ਇਹ ਪਟਨੇ ਦੇ ਨਰਮ ਭੰਗੂੜਿਆਂ ਨਾਲੋਂ, ਅਨੰਦਪੁਰ ਸਾਹਿਬ ਦੇ ਸ਼ਾਹੀ ਮਹਿਲਾਂ ਨਾਲੋਂ ਕੋਈ ਖਾਸ ਜਗ੍ਹਾ ਹੈ ਗੜੀ ਚਮਕੌਰ? ਬੜੇ ਧਿਆਨ ਨਾਲ, ਬੜੀ ਗੌਰ ਨਾਲ ਦੇਖ ਰਹੇ ਹੋ। ਮਹਾਰਾਜ ਕਹਿੰਦੇ, ਹਾਂ ਪਿਆਰੇ ਭਾਈ ਦਇਆ ਸਿੰਘ ਜੀ, ਪਟਨਾ ਭੰਗੂੜਾ ਸੀ ਖਾਲਸੇ ਦਾ, ਜਿੱਥੇ ਬਚਪਨ ਗੁਜ਼ਾਰਿਆ।
ਅਨੰਦਪੁਰ ਸਾਹਿਬ ਖਾਲਸੇ ਦਾ ਕਾਲਜ ਸੀ, ਸਕੂਲ ਸੀ ਜਿੱਥੇ ਵਿੱਦਿਆ ਪੜ੍ਹੀ। ਗੜੀ ਚਮਕੌਰ ਖਾਲਸੇ ਦੀ ਯੂਨੀਵਰਸਿਟੀ ਹੈ, ਜਿੱਥੇ ਸਵੇਰੇ ਖਾਲਸੇ ਦੇ ਪਰਚੇ ਹੋਣੇ, ਟੈਸਟ ਹੋਣੇ ਆ। ਦੇਖਾਂਗਾ ਮੇਰਾ ਖਾਲਸਾ ਕਿੰਨੇ ਕੁ ਨੰਬਰ ਲੈ ਕੇ ਪਾਸ ਹੁੰਦਾ ਹੈ। ਇੱਕੋ ਹੀ ਤੀਰਥ ਹੈ ਯਾਤਰਾ ਕਰਨ ਵਾਸਤੇ, ਗੜੀ ਚਮਕੌਰ, ਜਿੱਥੇ ਕਲਗੀਧਰ ਪਾਤਸ਼ਾਹ ਨੇ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਸ਼ਹੀਦ ਕਰਵਾਏ। ਦਿਨ ਚੜ੍ਹਿਆ, ਜੰਗ ਸ਼ੁਰੂ ਹੋਇਆ। 7 ਪੋਹ ਦਾ ਦਿਨ। 7 ਸਿੰਘਾਂ ਦੇ ਜਥੇ ਬਣਾ ਕੇ ਮਹਾਰਾਜ ਭੇਜਦੇ ਰਹੇ। ਸਿੰਘ ਸ਼ਹੀਦ ਹੋ ਜਾਂਦੇ। 10 ਲੱਖ ਫੌਜ ਦਾ ਮੁਕਾਬਲਾ ਜੰਗ ਕਰਦੇ। 1.25 लाख से एक लड़ाऊं, तबै गोबिंद ਸਿੰਘ ਨਾਮ ਕਹਾऊं। ਪ੍ਰੈਕਟੀਕਲ ਕਰਕੇ ਮਹਾਰਾਜ ਨੇ ਦੱਸਿਆ। 7 ਸਿੰਘ 10 ਲੱਖ ਫੌਜ ਨਾਲ ਜੰਗ ਕਰਦੇ। ਕਿੰਨੀ ਜ਼ੋਰਤ ਹੈ ਖਾਲਸੇ ਦੇ ਅੰਦਰ। ਇੱਕ ਪਾਸੇ ਕਲਗੀਧਰ ਪਾਤਸ਼ਾਹ ਸਮੇਤ ਸਾਰੇ 41, ਇੱਕ ਪਾਸੇ 10 ਲੱਖ ਤਰੋ ਤਾਜ਼ਾ ਫੌਜ। ਕਿੰਨੇ ਕੁ ਹੌਸਲੇ ਬੁਲੰਦ ਨੇ। 10 ਲੱਖ ਫੌਜ ਇੱਕ ਪਾਸੇ, ਕੁੱਲ 41, ਉਹ ਵੀ ਭੁੱਖੇ ਭਾਣੇ ਹੈ। ਇਹ ਸਾਨੂੰ 2% ਹੀ ਕਹੀ ਜਾਂਦੇ ਨੇ। ਪਹਿਲਾਂ ਤਾਂ ਸਾਡਾ ਫੰਡ ਨਹੀਂ ਤੁਹਾਨੂੰ ਪਤਾ ਲੱਗਣਾ, ਅਤੇ ਦੂਜਾ ਤੁਹਾਨੂੰ ਸਾਡੇ ਪਰਸੈਂਟੇਜ ਦਾ ਨਹੀਂ ਪਤਾ ਹੈ। ਭੁਲੇਖੇ 'ਚ ਨਾ ਰਹਿ ਜਾਓ ਕਿਤੇ 2% ਵਾਲੇ। ਇਹ ਤਾਂ ਇੱਕ ਨੂੰ 1.25 ਲੱਖ ਦਾ ਖਿਤਾਬ ਹੈ। ਇੱਕ ਖਾਲਸਾ 1.25 ਲੱਖ ਫੌਜ ਹੁੰਦੀ ਹੈ। ਕਿਤੇ ਧੋਖਾ ਨਾ ਖਾ ਜਾ ਜੇ 2% ਵਾਲੀ ਗੱਲ 'ਚ। ਇੱਕ ਸਿੰਘ ਨੂੰ 1.25 ਲੱਖ ਖਾਲਸਾ। ਜਦੋਂ ਸਿੰਘ ਪੁੱਛਦਾ ਕਿੰਨੀ ਫੌਜ ਆ ਰਹੀ ਹੈ, ਉਹ ਕਹਿੰਦੇ ਪਾਤਸ਼ਾਹ 1.25 ਲੱਖ ਫੌਜ ਆ ਰਹੀ ਹੈ। ਭਾਵੇਂ ਵਿਚਾਰੇ ਦੇ ਕੱਪੜੇ ਪਾਟੇ ਨੇ, ਪਾਤਸ਼ਾਹ ਆ ਕੇ ਬੁਲਾਉਣਾ, ਪਾਤਸ਼ਾਹ 1.25 ਲੱਖ ਫੌਜ ਆਉਂਦੀ। ਆ ਜਿਹੜੀ ਦਸਤਾਰ ਹੈ ਨਾ, 5 ਗਜ ਕੱਪੜਾ ਨਹੀਂ ਇਹ ਸਾਧ ਸੰਜੀ ਸਰਦਾਰੀ ਦਾ। ਤੇਰੇ ਸਿਰ ਦੇ ਉੱਤੇ ਮਹਾਰਾਜ ਨੇ ਛਤਰ ਰੱਖਿਆ। ਛਤਰ ਕੱਪੜਾ ਨਾ ਸਮਝ ਲਈ 5 ਮੀਟਰ। ਗੋਦਾਮਾਂ 'ਚ ਪਤਾ ਨਹੀਂ ਕਿੰਨਾ ਕੁ ਕੱਪੜ ਪਿਆ। ਮਜ਼ਦੂਰੀ ਕਰਦਾ, ਦਿਹਾੜੀ ਕਰਦਾ, ਚੱਪਲਾਂ ਟੁੱਟੀਆਂ ਫੁੱਟੀਆਂ ਸਲੀਪੜ ਪਾਈ ਫਿਰਦਾ, ਤੇ ਬੰਨੀ ਦਸਤਾਰ ਹੈ ਸਰਦਾਰ ਜੀ। ਜੀ ਸਰਦਾਰ। ਸਰਦਾਰ ਦੇ ਅਰਥ ਨੇ ਮਾਲਕ। ਬਾਦਸ਼ਾਹ ਨੂੰ ਸਰਦਾਰ ਕਹਿੰਦੇ ਸੀ। ਜਿਨ੍ਹਾਂ ਨੂੰ ਕਦੀ ਸਰਦਾਰੀ ਨਹੀਂ ਸੀ ਕਿਸੇ ਨੇ ਦਿੱਤੀ, ਬੜੀ ਨੀਵੀਂ ਜੀ ਆਪਣੀ ਜ਼ਿੰਦਗੀ ਬਤੀਤ ਕਰਦੇ ਸੀ। ਮਹਾਰਾਜ ਕਹਿੰਦੇ ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਹੀਂ ਭਈ ਕਤਾਹੀਂ, ਇਨਹੀਂ ਕੋ ਸਰਦਾਰ ਬਣਾऊं, ਤਬੈ ਗੋਬਿੰਦ ਸਿੰਘ ਨਾਮ ਕਹਾऊं। ਸਾਂਭ ਕੇ ਰੱਖਿਓ। ਬੜੀਆਂ ਮਹਿੰਗੀਆਂ ਸਰਦਾਰੀਆਂ ਮਿਲੀਆਂ। ਪੁੱਤਰਾਂ ਦਾ ਖੂਨ ਡੋਲ ਡੋਲ ਕੇ, ਕਿਤੇ 5 ਮੀਟਰ ਦਾ ਕੱਪੜਾ ਸਮਝੀ ਫਿਰੋ ਇਹਨੂੰ। ਬੜਾ ਮਹਿੰਗਾ ਮੁੱਲ ਤਾਰਨਾ ਪਿਆ ਇਹਦੇ ਪਿੱਛੇ। ਸ਼ਾਮ ਪੈ ਗਈ। 8 ਪੋਹ ਦਾ ਦਿਨ ਚੜ੍ਹਿਆ। ਮਹਾਰਾਜ ਜਥੇ ਤਿਆਰ ਕਰ ਰਹੇ ਨੇ। ਬਾਬਾ ਅਜੀਤ ਸਿੰਘ ਉੱਠੇ। ਗੋਲ ਮਸ਼ਹਿਰੇ, ਥੋੜ੍ਹਾ ਥੋੜ੍ਹਾ ਦਾੜਾ, ਭਰਵਾਂ ਸਰੀਰ, ਚੌੜੀ ਛਾਤੀ, ਭਾਰੇ ਡੌਲੇ, ਬਿਲਕੁਲ ਕਲਗੀਧਰ ਪਾਤਸ਼ਾਹ ਨਾਲ ਸਰੂਪ ਮਿਲਦਾ ਬਾਬਾ ਅਜੀਤ ਸਿੰਘ ਜੀ ਦਾ। ਤੇ ਪੁੱਤਰ ਦਾ ਪਿਓ ਨਾਲ ਮਿਲਦਾ ਹੋਣਾ ਜ਼ਰੂਰੀ। ਪਰ ਅੱਜ ਦੁੱਖ ਨਾਲ ਕਹਿਣਾ ਪੈਂਦਾ, ਸਰਦਾਰ ਦੇ ਕੋਲ ਖੜਾ ਕਾਕਾ, ਪੁੱਛਣਾ ਪੈਂਦਾ ਸਰਦਾਰ ਜੀ ਕਾਕਾ ਤੁਹਾਡਾ ਹੈ? ਸਰਦਾਰ ਕਹਿੰਦਾ ਹੈ ਤਾਂ ਸਾਡਾ ਹੀ ਹੈ ਜੀ, ਪਰ ਅਗਾਂਹ ਤੁਸੀਂ ਸਮਝ ਲਓ ਪਰ ਦਾ ਅਰਥ ਕੀ ਹੁੰਦਾ। ਬਟ, ਲੇਕਿਨ, ਪਰੰਤੂ ਉਹਦੇ ਅਰਥ ਬਦਲ ਜਾਂਦੇ ਨੇ। ਹੈ ਸਾਡਾ ਹੀ ਹੈ ਜੀ, ਪਰ ਹੁਣ ਇਹ ਸਰਦਾਰ ਨਹੀਂ ਰਿਹਾ। ਇੱਕ ਸਵਾਲ ਹੈ ਤੇਰੇ ਉੱਤੇ, ਸਵਾਲੀਆ ਚਿੰਨ੍ਹ ਹੈ। ਕੋਈ ਖੱਟਿਆ ਵੀ ਨਹੀਂ ਆਪਾਂ, ਕੋਈ
ਅਸੀਂ ਬੜੀ ਵੱਡੀ ਪ੍ਰਾਪਤੀ ਕਰ ਲਈਏ ਵੀ ਹੁਣ ਦਸਤਾਰ ਲਾ ਕੇ ਦਾੜਾ ਕੇਸ ਕਟਾ ਕੇ ਲੱਭਿਆ ਵੀ ਕੱਖ ਨਹੀਂ, ਪਰ ਐਵੇਂ ਗੁਰੂ ਤੋਂ ਬੇਮੁਖੀ ਹੋਏ। ਬਿਲਕੁਲ ਕਲਗੀਧਰ ਪਾਤਸ਼ਾਹ ਨਾਲ ਮਿਲਦਾ ਜੁਲਦਾ ਸਰੂਪ। ਗੁਰੂ ਪਿਤਾ, ਮੈਂ ਮੈਦਾਨੇ ਜੰਗ ਸ਼ਹਾਦਤ ਪ੍ਰਾਪਤ ਕਰਨੀ ਚਾਹੁੰਦਾ, ਜੰਗ ਕਰਕੇ ਸ਼ਹਾਦਤ, ਸ਼ਹੀਦ ਹੋਣਾ ਚਾਹੁੰਦਾ। ਪੁੱਤਰ ਪਿਤਾ ਨਾਲ ਗੱਲ ਕਰ ਰਿਹਾ ਕਿ ਮੈਂ ਸ਼ਹੀਦ ਹੋਣਾ ਚਾਹੁੰਦਾ ਜੰਗ 'ਚ। ਪੁੱਤਰਾਂ ਵਾਲੇ ਬੈਠੇ ਹੋ, ਤੁਹਾਨੂੰ ਟੈਲੀਫੋਨ ਆ ਜਾਏ ਕਾਕੇ ਨੂੰ ਬੁਖਾਰ ਚੜ੍ਹਿਆ, ਦਵਾ ਨਹੀਂ ਸੁਣ ਸਕਦੇ ਤੁਸੀਂ, ਭਾਵੇਂ ਤੁਸੀਂ ਦਵਾਈ ਤਾਂ ਨਹੀਂ ਦੇਣੀ ਨਾ, ਦਵਾਈ ਤਾਂ ਡਾਕਟਰ ਨੇ ਦੇਣੀ। ਪੁੱਤਰਾਂ ਦੇ ਮੋਹ ਹੀ ਇਹੋ ਜਿਹੇ ਨੇ ਸਾਧ ਸੰਗਤ। ਉਹ ਤਾਂ ਧੰਨ ਕਲਗੀਆਂ ਵਾਲਾ ਪਾਤਸ਼ਾਹ ਜਿਹੜਾ ਜਕਾਰੇ ਛੱਡਦਾ ਪੁੱਤਰ ਸ਼ਹੀਦ ਹੋਇਆ। ਐਵੇਂ ਥੋੜ੍ਹਾ ਆਪਾਂ ਬਾਹਾਂ ਮਾਰ ਮਾਰ ਕੇ ਗੱਲਾਂ ਕਰਨੇ। ਜਿਨ੍ਹਾਂ ਦਾ ਸੱਚੇ ਪਾਤਸ਼ਾਹ ਗੁਰੂ ਐਸਾ ਹੋਵੇ ਤੇ ਸਿੰਘ ਢਿੱਲੀਆਂ ਢਿੱਲੀਆਂ ਜਿਹੀਆਂ ਗੱਲਾਂ ਕਿਵੇਂ ਕਰਨ। ਕਲਗੀਧਰ ਪਾਤਸ਼ਾਹ ਕਹਿੰਦੇ ਬਾਬਾ ਅਜੀਤ ਸਿੰਘ ਨੂੰ, ਜੇ ਮੈਂ ਤੈਨੂੰ ਆਪਣੇ ਕੋਲ ਬੁਲਾਉਂਦਾ, ਲੋਕਾਂ ਨੇ ਇਹਦਾ ਅਰਥ ਕੱਢਣਾ ਸੀ ਵੀ ਬਾਬਾ ਅਜੀਤ ਸਿੰਘ ਜਾਣਾ ਨਹੀਂ ਸੀ ਚਾਹੁੰਦਾ ਜੰਗ 'ਚ, ਪਰ ਕਲਗੀਧਰ ਪਾਤਸ਼ਾਹ ਨੇ ਭੇਜਿਆ, ਮੇਰੇ ਲਾਲ ਤੂੰ ਆਪ ਉੱਠ ਕੇ ਆਇਆ। ਜਦੋਂ ਪੰਥ ਨੂੰ ਲੋੜ ਪਵੇਗੀ, ਤੇਰੇ ਵਰਗੇ ਨੌਜਵਾਨ ਆਪਣੀ ਜ਼ਿੰਦਗਾਨੀਆਂ ਪੰਥ ਤੋਂ ਕੁਰਬਾਨ ਕਰਿਆ ਕਰਨਗੇ। ਇਹ ਬਾਬਾ ਅਜੀਤ ਸਿੰਘ ਤੋਂ ਚੱਲਿਆ ਸਿਲਸਿਲਾ। ਜਦੋਂ ਜਦੋਂ ਲੋੜ ਪਈ ਹੈ, ਕੌਮ ਦੇ ਜਵਾਨਾਂ ਨੇ ਫਿਰ ਆਪਣੀਆਂ ਸ਼ਹਾਦਤਾਂ ਦਿੱਤੀਆਂ, ਭਾਵੇਂ ਬਾਰਡਰ 'ਤੇ ਦੇਣੀਆਂ ਪੈਣ ਅਤੇ ਭਾਵੇਂ ਪੰਥ ਦੀ ਸੇਵਾ ਵਾਸਤੇ ਦੇਣੀਆਂ ਪੈਣ। ਇਹ ਬਾਬਾ ਅਜੀਤ ਸਿੰਘ ਦਾ ਚਲਾਇਆ ਹੋਇਆ ਸਿਲਸਿਲਾ। ਕੁਰਬਾਨੀਆਂ ਦਿੰਦੇ ਆਏ ਨੇ ਨੌਜਵਾਨ। ਜਦ ਜਦ ਸਮਾਂ ਆਇਆ, 7 ਸਿੰਘਾਂ ਦਾ ਜਥਾ ਨਾਲ ਦਿੱਤਾ, ਗੜੀ ਚਮਕੌਰ 'ਚੋਂ ਬਾਹਰ ਨਿਕਲੇ। ਸਾਧ ਸੰਗਤ ਜੀ, 10 ਲੱਖ ਫੌਜ ਵਿੱਚ ਤਰਥੱਲੀ ਮਚਾ ਦਿੱਤੀ। ਇੱਕ ਪਹਿਰ ਜੰਗ ਕੀਤਾ ਬਾਬਾ ਅਜੀਤ ਸਿੰਘ ਜੀ ਨੇ। ਸਾਰੇ ਸ਼ਸਤਰ ਸੀ ਜਿਹੜੇ ਜੰਗ ਕਰਦਿਆਂ ਟੁੱਟ ਗਏ, ਖਾਲੀ ਹੱਥ ਹੋ ਗਏ। 378 ਬਾਬਾ ਅਜੀਤ ਸਿੰਘ ਦੇ ਸਰੀਰ ਦੇ ਉੱਤੇ ਸ਼ਸਤਰਾਂ ਦੇ ਫੱਟ ਲੱਗੇ। 378 ਤੀਰਾਂ ਦੇ, ਬਰਸ਼ਿਆਂ ਦੇ, ਕਿਰਪਾਨਾਂ ਦੇ, ਗੋਲੀਆਂ ਦੇ। ਦੁਨੀਆ 'ਚ ਸੂਰਮੇ ਬੜੇ ਹੋਏ ਨੇ, ਸਾਰੀਆਂ ਕੌਮਾਂ 'ਚ ਸੂਰਮੇ ਹੋਏ ਨੇ, ਪਰ ਸਾਧ ਸੰਗਤ ਜੀ ਬਾਬਾ ਅਜੀਤ ਸਿੰਘ ਵਰਗਾ ਦੁਨੀਆ 'ਤੇ ਸੂਰਮਾ ਨਹੀਂ ਹੋਇਆ ਕੋਈ। 378 ਕਿਤੇ ਚੀਰ ਆ ਜਾਵੇ ਆਪਣੀ ਉਂਗਲੀ ਨੂੰ, ਭੇਵੇ ਜਾ ਕੇ ਸਾਹ, ਪਤਾ ਨਹੀਂ ਉਹਨੂੰ ਖੂਨ 'ਚ ਵਗਦਾ, ਚੀਰ ਆ ਗਿਆ। ਅਤੇ ਸੁਣਨਾ ਇਤਿਹਾਸ ਗੜੀ ਚਮਕੌਰ ਦਾ, ਸਵੇਰੇ ਪਾਣੀ ਤੋਂ ਡਰੀ ਜਾਣਾ ਨਹਾਉਣ। ਕਿਹੜੇ ਸਿੱਖਾਂ 'ਚੋਂ ਆਪਾਂ ਸਿੱਖ ਸਦਾਉਂਦੇ ਹਾਂ ਬਾਈ? ਇੰਨਾ ਤਾਂ ਸਿੱਖ ਦਾ ਜੀਵਨ ਢਿੱਲਾ ਹੁੰਦਾ ਹੀ ਨਹੀਂ, ਤਾਂ ਜਿੰਨਾ ਖੂਨ ਡੁੱਲਦਾ ਉਹਨਾਂ ਜਕਾਰੇ ਛੱਡਦਾ। ਸਗੋਂ ਜਬੈ ਬਾਣ ਲੱਗ ਗਿਓ ਤਬੈ ਰੋਸ ਜਾਗਿਓ। 378 ਸ਼ਸਤਰਾਂ ਦੇ ਫੱਟ ਲੱਗੇ ਉਹਨਾਂ ਦੇ ਪਵਿੱਤਰ ਸਰੀਰ 'ਤੇ। ਸ਼ਹੀਦ ਹੋ ਕੇ ਡਿੱਗੇ ਧਰਤੀ 'ਤੇ ਜਦੋਂ, ਤੇ ਧੰਨ ਕਲਗੀਧਰ ਪਾਤਸ਼ਾਹ ਨੇ ਬੁਲੰਦ ਆਵਾਜ਼ ਨਾਲ ਜਕਾਰਾ ਛੱਡਿਆ ਪੁੱਤਰ ਦੇ ਸ਼ਹੀਦ ਹੋਣ 'ਤੇ। ਪੁੱਤਰ ਦਾ ਮੋਹ ਐਸਾ ਹੈ, ਦੁਨੀਆ ਦਾ ਤੀਰ ਅੰਦਾਜ਼ ਮੰਨਿਆ ਅਰਜਨ, ਪੁੱਤਰ ਮਰ ਗਿਆ ਅਭਿਮਨੂ। ਅਤੇ ਮੈਦਾਨੇ ਜੰਗ ਵਿੱਚ ਮਹਾਂਭਾਰਤ 'ਚ ਰੋ ਰੋ ਕੇ ਅਰਜਨ ਦੀ ਦਾੜ੍ਹੀ ਭਿੱਜ ਗਈ, ਮੋਹ ਦੇ ਵਿੱਚ, ਪੁੱਤਰ ਦੇ ਮੋਹ 'ਚ। ਸੋ ਸਾਧ ਸੰਗਤ ਜੀ, ਦਸ਼ਰਥ ਨੂੰ ਪਤਾ ਲੱਗਿਆ ਕਿ ਰਾਮ ਨੂੰ ਬਨਵਾਸ 14 ਸਾਲ ਮਿਲ ਗਿਆ। ਜਦੋਂ ਜਾਂਦੇ ਜਾਂਦੇ ਦਿਸਣ ਤੋਂ ਹਟ ਕੇ ਕੰਧ ਤੋਂ ਛਾਲ ਮਾਰ ਕੇ ਮਰ ਗਿਆ। ਪੁੱਤਰ ਦਾ ਮੋਹ। ਇਬਰਾਹੀਮ ਨੂੰ ਫਤਵਾ ਲੱਗਿਆ ਕਿ ਆਪਣੇ ਪੁੱਤਰ ਨੂੰ ਕਤਲ ਕਰੇ। ਉਹ ਕਹਿੰਦਾ ਪੱਟੀ ਬੰਨ੍ਹ ਦਿਓ ਮੇਰੀਆਂ ਅੱਖਾਂ 'ਤੇ, ਮੈਂ ਪੁੱਤਰ ਨੂੰ ਕਤਲ ਹੁੰਦਾ ਦੇਖ ਨਹੀਂ ਸਕਦਾ। ਮੁਹੰਮਦ ਸਾਹਿਬ ਦਾ ਪੁੱਤਰ ਚੜ੍ਹਾਈ ਕਰ ਗਿਆ। ਸੋ ਸਾਧ ਸੰਗਤ ਜੀ, ਰੋ ਰੋ ਕੇ ਦਾੜ੍ਹੀ ਭਿੱਜ ਗਈ।
ਧੰਨ ਕਲਗੀਆਂ ਵਾਲਾ ਪਾਤਸ਼ਾਹ ਜਿਹੜਾ ਪੁੱਤਰ ਸ਼ਹੀਦ ਹੋਇਆ ਤੇ ਜਕਾਰੇ ਛੱਡਦਾ। ਫਿਰ ਬਾਬਾ ਜੁਝਾਰ ਸਿੰਘ ਉੱਠ ਕੇ ਖੜ੍ਹੇ ਹੋਏ। ਸਾਡੀ ਹਰ ਗੱਲ ਵਿੱਚੋਂ ਵਿਚਾਰ ਨਿਕਲਦੀ ਹੈ, ਸਾਡੀ ਹਰ ਗੱਲ ਵਿੱਚ ਉਪਦੇਸ਼ ਹੈ, ਸਾਡੇ ਇਤਿਹਾਸ ਦੀ ਹਰ ਗੱਲ ਵਿੱਚ ਲਿਟਰੇਚਰ ਹੈ, ਹਰ ਗੱਲ ਵਿੱਚ ਕਥਾ। ਸਾਹਿਬਜ਼ਾਦਿਆਂ ਦੇ ਨਾਮ ਇਸ ਤਰ੍ਹਾਂ ਰੱਖੇ, ਖਾਲਸੇ ਦੇ ਗੁਣ ਮੇਰਾ ਖਾਲਸਾ ਅਜੀਤ, ਕਦੇ ਜਿੱਤਿਆ ਨਹੀਂ ਜਾਏਗਾ ਕਿਸੇ ਤੋਂ। ਨਾਮ ਹੈ ਜੀਤ ਮੇਰਾ, जीता नहीं जाऊंगा, जीता गया तो जीता नहीं आऊंगा। मेरा खालसा जुझारू, युद्ध करन वाला है, डरदा नहीं, डरपोक नहीं किसी तो, जूझदा जुल्म दे नाल जदों समा आउंदा है। फिर मेरा खालसा जोरावर है, वड्डियां वड्डियां ताकतां दे दंद भन्न दिंदा है, ते मेरा खालसा हर मैदान फतेह फतेह करदा है। जिथे मोर्चा लग जाए फिर फतेह ही हुंदा है। सो साध संगत जी, ਨਾਂ ने ना फिर खालसा दयालु है दया सिंह, खालसा धर्मी है धर्म सिंह, खालसा हिम्मती है ढिलड़ नहीं है, खालसा मोहकम बाला इहदे विच ताकत है। ते सह फिर हाजर नाजर सदा अंग संगे भंग अंग बपूते। बाबा जुझार सिंह बेनती करदे, गुरु पिता हुण मैनू आग्या दिओ, मैं वड्डे भरा वांग शहीद होना जंग भी जाके। ਸਿੰਘਾਂ ने बेनती की, महाराज छोटे सरसा ते विछड़ गए, मिलणगे जां नहीं, वड्डा शहीद हो गया, एक रह गया तुहाडे कोल रख लो, सानू भेजो जंग विच। जे कलगीधर पातशाह 3 ਸਿੰਘ गढ़ी चमकौर च लैके जा सकते, एक साहिबजादा भी लैके जा सकते। महाराज कहते, ਸਿੰਘੋ ਉਹ ਤੁਸੀਂ ਕਿਵੇਂ सोच लिया ये गल कि ਤੁਸੀਂ ਮੈਨੂੰ मेरे पुत्रां तो घट प्यारे हो, ਤੁਸੀਂ ਮੈਨੂੰ अपने पुत्रां तो भी प्यारे हो। पर ਇਹ जुझार ਸਿੰਘ ਨੂੰ शहीद होण दो। ਤਿਆਰ ਕਰਕੇ ਆਪ ਕਲਗੀਧਰ ਪਾਤਸ਼ਾਹ ਨੇ ਭੇਜਿਆ। ਥੋੜ੍ਹਾ ਚਿਰ ਜੰਗ ਕਰਕੇ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ। ਅੱਜ ਦਾ ਦਿਨ 8 ਪੋਹ ਦਾ। ਆਹ ਜਿਹੜਾ ਟਾਈਮ ਹੁਣ ਵੱਜ ਗਏ ਨਾ 9, ਇਸ ਵੇਲੇ ਮਹਾਰਾਜ ਗੜੀ ਚਮਕੌਰ ਚੋਂ ਨਿਕਲੇ ਸੀ। ਕਲਗੀ ਸੰਗਤ ਸਿੰਘ ਦੇ ਸ਼ਹੀਦ 'ਤੇ ਸਜਾ ਦਿੱਤੀ, ਜੋੜਾ ਗੜੀ ਚਮਕੌਰ 'ਚ ਲਾਹ ਦਿੱਤਾ। 3 ਸਿੰਘ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਖੜ ਕੇ ਦੱਸਤਾ, ਤੁਸੀਂ ਇੱਧਰ ਨਿਕਲਣਾ। ਇੱਕ ਸਿੰਘ ਨੇ ਇੱਧਰ ਨਿਕਲਣਾ ਤੇ ਬਾਹਰ ਨਿਕਲ ਕੇ ਇੱਕ ਵਾਰੀ ਜਕਾਰੇ ਛੱਡਣੇ। ਭੁਲੇਖਾ ਪੈ ਜਾਏ ਦੁਸ਼ਮਣ ਨੂੰ ਕਿ ਹੋਰ ਸਿੰਘਾਂ ਦੀ ਫੌਜ ਆ ਗਈ, ਚੜ੍ਹਾਈ ਕਰਤੀ ਉਹਨਾਂ ਨੇ। ਰਾਤ ਸਾਰੀ ਰਾਤ ਲੜ ਕੇ ਮਰਦੇ ਰਹਿਣਗੇ ਆਪਸ ਵਿੱਚ ਹਨੇਰੇ 'ਚ। ਤੇ ਦੱਸਿਆ, ਆਹ ਜਿਹੜਾ ਤਾਰਾ ਦਿਸ ਰਿਹਾ ਤੁਹਾਨੂੰ, ਇਹਦੀ ਸੇਧ ਵੀ ਤੁਸੀਂ ਆਉਣਾ, ਜਿੱਥੇ ਮੈਂ ਮਿਲਾਂਗਾ ਤੁਹਾਨੂੰ, ਇਹਦੀ ਸੇਧ 'ਚ ਮਿਲਾਂਗਾ। ਅੱਜ ਉਹ ਦਿਨ ਹੈ ਸਾਧ ਸਿੰਘ ਜੀ। ਇਹਨਾਂ ਦਿਨਾਂ ਦੇ ਵਿੱਚ ਸਾਡੇ ਘਰਾਂ 'ਚ ਮਿੱਠੀ ਚੀਜ਼ ਨਹੀਂ ਬਣਦੀ, ਸਵਾਦਿਸ਼ਟ ਭੋਜਨ ਨਹੀਂ ਬਣਦੇ। ਉਹ ਲਹਿਦਾ ਗੱਲ ਹੈ, ਲੰਗਰਾਂ 'ਚ ਮਠਿਆਈਆਂ ਬਣ ਰਹੀਆਂ ਨੇ, ਪਰ ਇਹਨਾਂ ਦਿਨਾਂ ਦੇ ਵਿੱਚ ਸਾਡੇ ਘਰਾਂ 'ਚ ਚੰਗਾ ਭੋਜਨ ਨਹੀਂ ਸੀ ਬਣਦਾ। ਰੁੱਖਾ ਮਿੱਸਾ ਸਾਦਾ ਛਕਣਾ। ਅਤੇ ਸਾਡੇ ਦਾਦੇ ਸੀ ਜਿਹੜੇ, ਦਾਦੀਆਂ, ਉਹ ਮੰਜੇ 'ਤੇ ਨਹੀਂ ਸੀ ਪੈਂਦੀਆਂ ਹੁੰਦੀਆਂ, ਥੱਲੇ ਆਸਣ ਰੱਖਦੀਆਂ ਸੀ। ਵੀ ਸਾਨੂੰ ਦੁੱਖ ਅੱਜ ਵੀ ਯਾਦ ਆ, ਅਸੀਂ ਭੁੱਲ ਨਹੀਂ ਗਏ। ਉਹ ਠੰਡਾ ਬੁਰਜ ਅਜੇ ਭੁੱਲੇ ਨਹੀਂ ਸਾਨੂੰ। ਪਰ ਹੁਣ ਤਾਂ ਡਨਲਪ ਦੇ ਗੱਦੇ ਦੂਰੇ ਦੂਰੇ ਲਾ ਕੇ ਸਿੱਖ ਕਿੱਧਰ ਨੂੰ ਵੇਸਲਾਪਣ ਆ ਗਿਆ ਸਾਡੇ 'ਚ। ਇੱਥੋਂ ਵਿਚਾਰ ਆਪਾਂ ਕੱਲ੍ਹ ਨੂੰ ਫਿਰ ਕਰਾਂਗੇ। ਕੱਲ੍ਹ ਦਾ ਇੱਕ ਦੀਵਾਨ ਸੰਗਤ ਦਾ ਬਾਕੀ ਰਹਿੰਦਾ ਹੈ। ਇਹ ਤਾਂ ਸਾਧ ਸੰਜੀ ਗੁਰੂ ਕਾ ਇਤਿਹਾਸ ਹੈ, ਜਿੰਨਾ ਵਿਚਾਰੀਏ ਉਨਾ ਹੀ ਆਨੰਦਦਾयक है। पर जिनके दिन मनाते हो उनकी बात भी मानो। ਇਕੱਲੇ ਸੜਕਾਂ 'ਤੇ ਲੰਗਰ ਲਾਉਣਾ ਹੀ ਸਾਡਾ ਸਿਧਾਂਤ ਨਹੀਂ।
ਲੰਗਰ ਲਾ ਕੇ ਦੱਸੋ ਕਿ ਉਹਨਾਂ ਸ਼ਹੀਦਾਂ ਦੀ ਯਾਦ 'ਚ ਲੰਗਰ ਲਾਇਆ ਜਿਨ੍ਹਾਂ ਨੇ ਇੱਕ 7 ਸਾਲ ਦੇ 9 ਸਾਲ ਦੇ ਨੀਹਾਂ 'ਚ ਚਿਣੇ ਗਏ ਪਰ ਸਿੱਖੀ ਨਹੀਂ ਛੱਡੀ। ਆਪਾਂ ਕੀ ਸੁਨੇਹਾ ਦੇ ਰਹੇ ਹਾਂ ਲੰਗਰ ਲਾ ਕੇ? ਕੀ ਦੱਸ ਰਹੇ ਹਾਂ ਲੋਕਾਂ ਨੂੰ? ਸਿਰਾਂ 'ਤੇ ਰੁਮਾਲ ਬੰਨੇ ਨੇ, ਮੂੰਹ ਸਿਰ ਮੁੰਨੇ ਤੇ ਲੰਗਰ ਲਾਈ ਫਿਰਦੇ ਸੜਕਾਂ 'ਤੇ। ਕੀ ਸੁਨੇਹਾ ਦੇ ਰਹੇ ਹੋ ਲੰਗਰ ਲਾ ਕੇ? ਇਹੀ ਵੀ ਸਾਡੇ ਪਿੰਡ ਦਾ ਜ਼ਿਆਦਾ ਲੰਗਰ ਚੱਲਿਆ। ਸਾਡੇ ਪਿੰਡ ਦੇ ਬਰੈਡ ਪਕੌੜੇ ਮੁੱਕੇ ਹੀ ਨਹੀਂ 3 ਦਿਨ। ਬਸ ਆਹੀ ਸੁਨੇਹਾ ਦੇਣਾ। ਉਹ ਦੱਸੋ ਗੱਲ, ਲੰਗਰ ਛਕਾ ਕੇ ਦੱਸੋ ਇਹ ਉਹ ਕੌਮ ਹੈ ਜਿਨ੍ਹਾਂ ਦੇ 7 ਸਾਲ ਦੇ 9 ਸਾਲ ਦੇ ਨੀਹਾਂ 'ਚ ਚਿਣੇ ਜਾਂਦੇ ਪਰ ਸਿੱਖੀ ਨਹੀਂ ਛੱਡਦੇ। ਤਾਂ ਨਹੀਂ ਕਹਿੰਦੇ, ਆਖਣਗੇ ਤੂੰ ਤਾਂ ਆਪ ਤਾਂ ਨਹੀਂ ਛੱਡੀ ਹੋਈ ਸਿੱਖੀ, ਤੂੰ ਤਾਂ ਲੰਗਰ ਲਾਇਆ, ਤੂੰ ਤਾਂ ਛੱਡੀ ਫਿਰਦਾ ਆਪ। ਉਲਟਾ ਅਸਰ ਹੋ ਰਿਹਾ। ਪਾਣੀ ਜਾਣਾ ਸੀ ਹਰਿਦੁਆਰ ਨੂੰ, ਗੰਗਾ ਦਾ ਜਾ ਇੱਧਰ ਨੂੰ ਭੇਵੇ ਵੱਲ ਨੂੰ ਰਿਹਾ, ਉੱਚੇ ਪਾਸੇ। ਲੰਗਰ ਲੱਗਣੇ ਚਾਹੀਦੇ ਨੇ ਇਦੋਂ ਵੀ ਚੜ੍ਹਦੀ ਕਲਾ 'ਚ, ਪਰ ਜੋ ਸਿਧਾਂਤ ਆ ਉਹਦੇ ਨਾਲ ਵੀ ਜੁੜਨਾ ਚਾਹੀਦਾ ਹੈ। ਕੋਈ ਸਾਡੇ ਲੰਗਰਾਂ ਦਾ ਵੀ ਭੁੱਖਾ ਨਹੀਂ। 3 ਦਿਨਾਂ ਤੋਂ ਬਾਅਦ ਸਾਰਾ ਸਾਲ ਫਿਰ ਕੀ ਖਾਣਗੇ ਲੋਕ? ਆਪਣੇ ਘਰ ਹੀ ਛਕਣਗੇ ਨਾ। ਫਿਰ ਬਈ ਸਿਧਾਂਤ, ਜਿਹੜੀ ਗੱਲ ਵਾਸਤੇ ਲੰਗਰ ਲੱਗਣੇ ਉਹ ਵੀ ਦੱਸਣਾ ਅਤੇ ਆਪ ਵੀ ਚੱਲਣਾ, ਤਾਂ ਸਾਡੇ ਲੰਗਰ ਲਾਏ ਸਕਾਰਥੇ ਨੇ ਸਾਧ ਸੰਗਤ ਜੀ। ਸੋ ਕੱਲ੍ਹ ਨੂੰ ਇੱਥੋਂ ਵਿਚਾਰ ਸ਼ੁਰੂ ਕਰ। ਧਨ ਹੈ, ਧਨ ਹੈ, ਧਨ ਹੈ ਗੁਰੂ ਹਰਗੋਬਿੰਦ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਜੀ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧਨ ਹੈ।
ਧੰਨ ਹੈ, ਧੰਨ ਹੈ, ਧੰਨ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਤੇਰਾ ਪੰਥ ਖਾਲਸਾ, ਧੰਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਬੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ।